ਜਸਟਿਸ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਗੁਰਬਾਣੀ ਪ੍ਰਸਾਰਣ ਤੇ ਇੱਕ ਵਾਰ ਫਿਰ ਕਮਸਾਨ ਮਚਿਆ ਹੋਇਆ। ਮੁਫਤ ਗੁਰਬਾਣੀ ਦਾ ਪ੍ਰਸਾਰਣ ਹੋਵੇ, ਲਾਈਵ ਗੁਰਬਾਣੀ ਹੋਵੇ, ਅਧਿਕਾਰ ਕਿਹਨੂੰ ਮਿਲਣ ਤੇ ਕਿਵੇਂ ਮਿਲਣ, ਤੇ ਇਸ ਦੇ ਨਾਲ ਗੁਰਦੁਆਰਾ ਐਕਟ ਵਿੱਚ ਸੋਧ ਹੋਣੀ ਚਾਹੀਦੀ ਹੈ, ਐਡੀਸ਼ਨ ਹੋਣਾ ਚਾਹੀਦਾ ਹੈ। ਗੁਰਦੁਆਰਾ ਐਕਟ ਨਵਾਂ ਬਣਾਉਣਾ ਚਾਹੀਦਾ ਸਟੇਟ ਨੂੰ ਆਪਦਾ। ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਕੀ ਕਹਿੰਦੇ ਨੇ? ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਫੈਸਲਾ ਸੀ ਉਹਦਾ ਹਵਾਲਾ ਲਿਆ ਜਾ ਰਿਹਾ। ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਪਏ ਆ। ਕੌਣ ਕੀ ਕਹਿ ਰਿਹਾ, ਕਿਸ ਦੇ ਕਿੰਨੇ ਇਤਰਾਜ਼ ਹੈ ਤੇ ਕਿੰਨੇ ਜਾਇਜ਼ ਹੈ? ਸਵਾਲ ਇਹੀ ਹੋਏਗਾ ਲਾਈਵ ਗੁਰਬਾਣੀ ਤੋਂ ਗੁਰਦੁਆਰਾ ਐਕਟ ਤੱਕ ਦੁਵਿਧਾ ਕੀ? ਮੁੱਖ ਮੰਤਰੀ ਹਰਿਆਣਾ ਨੇ ਬਹੁਤ ਅਹਿਮ ਐਲਾਨ ਕੀਤਾ ਤੇ ਵੱਡਾ ਬਿਆਨ ਦਿੱਤਾ ਤੇ ਇਤਰਾਜ਼ SGPC ਦੇ ਪ੍ਰਧਾਨ ਨੇ ਜਤਾਇਆ। ਪਹਿਲਾਂ ਸੁਣ ਲਈਏ। ਨਾ ਤਾਂ ਮੈਂ ਕੋਈ ਸੋਧ ਕਰ ਰਿਹਾ ਨਾ ਹੀ ਮੈਂ ਉਹਦੇ ਅਧਿਕਾਰ ਪ੍ਰਸਾਰਨ ਦੇ ਕਿਸੇ ਗਵਰਨਮੈਂਟ ਦੇ ਅਦਾਰੇ ਨੂੰ ਦਵਾ ਰਿਹਾ, ਨਾ ਹੀ ਮੇਰਾ ਕੋਈ ਆਪਣੀ ਭੂਆ ਦਾ ਮੁੰਡਾ ਹੈ, ਨਾ ਹੀ ਮੇਰੇ ਕਿਸੇ ਰਿਸ਼ਤੇਦਾਰ ਦਾ ਚੈਨਲ ਹੈ ਵੀ ਇਹਨੂੰ ਦੇ ਦਿਓ। ਮੈਂ ਤਾਂ ਗੁਰਬਾਣੀ ਦੇ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ। ਐਕਟ ਇਹ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਵੇ ਕਿ ਆਡੀਓ ਤੇ ਵੀਡੀਓ ਜਿਹੜਾ ਗੁਰਬਾਣੀ ਦੀ ਫੀਡ ਹੈ, ਲਾਈਵ ਫੀਡ ਹੈ, ਫ੍ਰੀ ਟੂ ਏਅਰ ਵੀ ਹੋਵੇ, ਫ੍ਰੀ ਆਫ ਕਾਸਟ ਵੀ ਹੋਵੇ, ਟੂ ਆਲ ਹਾਊਸਿਸ, ਆਲ ਮੀਡੀਆ ਪਲੇਟਫਾਰਮਸ, ਡਿਜੀਟਲ ਹੋਣ ਚਾਹੇ ਜੋ ਮਰਜ਼ੀ ਹੋਣ, ਤੇ ਤਾਂ ਕਿ ਅਸੀਂ ਜੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਸ਼੍ਰੋਮਣੀ ਕਮੇਟੀ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾਉਣ, ਨਾ ਕਿ ਆਪਣੀਆਂ ਸੇਵਾਵਾਂ ਕਿਸੇ ਖਾਸ ਪਰਿਵਾਰ ਪ੍ਰਤੀ ਨਿਭਾਉਣ ਜਾਂ ਆਪਣੀ ਵਫਾਦਾਰੀ ਕਿਸੇ ਖਾਸ ਚੈਨਲ ਪ੍ਰਤੀ ਦਿਖਾਉਣ। ਸੋ ਇਟ ਇਜ਼ ਕਲੀਅਰ ਇਨ ਦਾ ਐਕਟ ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਗੁਰਬਾਣੀ ਪ੍ਰਸਾਰਣ ਨੂੰ ਆਧਾਰ ਬਣਾ ਕੇ ਗੁਰਦੁਆਰਾ ਐਕਟ ਮੁਤਲਕ ਪੰਜਾਬ ਸਰਕਾਰ ਦੇ ਐਲਾਨ ਤੇ ਕਮਸਾਨ ਕਿਉਂ? ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਹੈ ਤਾਰਫ ਕਰਾ ਰਹੇ हैं ਗੁਰਤੇਜ ਸਿੰਘ ਆਈ ਹੈ, ਸਿੱਖ ਬੁੱਧੀਜੀਵੀ ਨੇ, ਬਹੁਤ ਸਾਰੀਆਂ ਕਿਤਾਬਾਂ ਪੰਥੀ ਝੋਲੀ ਵਿੱਚ ਇਹਨਾਂ ਨੇ ਪਾਈਆਂ ਤੇ ਇਹਨਾਂ ਨੂੰ ਪਤਾ ਕਿ ਸਿੱਖ ਗੁਰਦੁਆਰਾ ਐਕਟ 1925 ਕੀ ਕਹਿੰਦਾ, ਇਹਦੇ ਵਿੱਚ ਕਦੋਂ ਸੋਧ ਹੋਈ ਹੈ ਤੇ ਕਿਵੇਂ ਹੋ ਸਕਦੀ ਹੈ ਤੇ ਉਹ ਸੋਧ ਦਾ ਮਤਲਬ ਹੁੰਦਾ ਕੀ ਹੈ ਤੇ ਸਟੇਟ ਗੌਰਮੈਂਟ ਕੋਲੇ ਕਿਹੜੇ ਅਖਤਿਆਰ ਹੁੰਦੇ ਆ। ਗੁਰਤੇਜ ਸਿੰਘ ਆਈ ਹੈ, ਤੁਹਾਡਾ ਬਹੁਤ ਸਵਾਗਤ ਹੈ ਸਰ। ਰਵਿੰਦਰ ਸਿੰਘ ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਨਾਲ ਵਕੀਲ ਵੀ ਨੇ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਨਾਲ ਵਕੀਲ ਵੀ ਨੇ। ਕਰਨਲ ਜੈਬੰਦ ਸਿੰਘ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ ਤੇ ਕੇਂਦਰ ਦਾ ਪੱਖ ਵੀ ਨਾਲ ਹੀ ਰੱਖਣਗੇ। ਤੇ ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਰਵਿੰਦਰ ਸਿੰਘ, ਬਹੁਤ ਸਿੱਧੇ ਸਵਾਲ ਹੋਣਗੇ, ਸਾਰੇ ਮਹਿਮਾਨਾਂ ਨੂੰ ਕਹਿ ਰਿਹਾ, ਤੁਹਾਨੂੰ ਇਕੱਲੇ ਨੂੰ ਨਹੀਂ ਕਹਿ ਰਿਹਾ ਹੈਗਾ, ਤੇ ਮੈਂ ਉਮੀਦ ਕਰਦਾ ਕਿ ਸਿੱਧਾ ਹੀ ਜਵਾਬ ਆਊਗਾ ਤੁਹਾਡੇ ਕੋਲੋਂ। ਰਵਿੰਦਰ ਸਿੰਘ, ਤੁਸੀਂ ਇਹ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਇਹਦੇ ਵਿੱਚ ਸੋਧ ਕਰਨ ਜਾ ਰਹੇ ਹੋ, ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਪੱਧਰ ਤੇ ਕੋਈ ਆਪਦਾ ਗੁਰਦੁਆਰਾ ਐਕਟ ਤਾਂ ਨਹੀਂ ਲੈ ਕੇ ਆ ਰਹੇ? ਦੋ ਸਵਾਲ ਹੈ ਸਰ। ਨਹੀਂ, ਬਿਲਕੁਲ ਤੁਸੀਂ ਸਿੱਧੇ ਸਵਾਲ ਕੀਤੇ ਨੇ, ਪਰ ਪੰਜਾਬ ਤੇ ਪੰਥ ਤੇ ਪੰਜਾਬ ਦੇ ਵਿੱਚ ਜਿਹੜਾ ਸਿੱਖ ਧਰਮ ਹੈ ਉਹਨੂੰ ਲੈ ਕੇ ਜਿਸ ਤਰ੍ਹਾਂ ਇੱਕ ਪਰਿਵਾਰ ਦੇ ਆਲੇ ਦੁਆਲੇ ਗੈਲਵਨਾਈਜ਼ਡ ਹੋਇਆ ਹੋਇਆ, ਜਿੱਦਾਂ ਇੱਕ ਸਰ ਆਪਾਂ ਪਰਿਵਾਰ ਤੇ ਆ ਜਾਾਂਗੇ ਸਰ, ਮੈਂ ਪੂਰਾ ਮੌਕਾ ਦੂੰਗਾ ਸਰ। ਪਰਿਵਾਰ ਤੇ ਅਟੈਕ ਕਰ ਲਿਓ ਰਵਿੰਦਰ ਸਿੰਘ, ਪਰਿਵਾਰ ਤੇ ਅਟੈਕ ਕਰ ਲਿਓ, ਪੂਰਾ ਮੌਕਾ ਦੂੰਗਾ। ਪਹਿਲਾਂ ਮੈਨੂੰ ਦੋ ਸਵਾਲਾਂ ਦਾ ਜਵਾਬ ਦੇ ਦਿਓ ਕਿਰਪਾ ਕਰਕੇ। ਅਮੈਂਡਮੈਂਟ ਐਕਟ ਹੈਗਾ ਜੀ, ਜਿਹੜਾ ਅਮੈਂਡਮੈਂਟ ਐਕਟ 2023 ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ। ਐਕਟ ਨਵਾਂ ਕੋਈ ਨਹੀਂ ਲੈ ਕੇ ਆ ਰਹੀ, ਉਹਦੇ 'ਚ ਇੱਕ ਸੈਕਸ਼ਨ 125A ਜਿਹੜਾ ਹੈਗਾ ਉਹ ਇੰਟਰੋਡਿਊਸ ਕਰ ਰਹੀ ਹੈ। ਬਿਕੋਜ਼ ਕਾਰਨ ਉਹਦਾ ਇਹ ਹੈ ਕਿਉਂਕਿ ਜਦੋਂ 1925 ਚ ਬਣਿਆ ਸੀਗਾ ਤਾਂ ਬ੍ਰੌਡਕਾਸਟ ਨੂੰ ਲੈ ਕੇ ਕੋਈ ਉਹਦੇ ਵਿੱਚ ਜਿਹੜੀ ਹੈਗੀ ਪ੍ਰੋਵੀਜ਼ਨ ਨਹੀਂ ਸੀਗੀ, ਤਾਂ ਹੁਣ ਜਿਹੜਾ ਹਰਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਬ੍ਰੌਡਕਾਸਟ ਹੋਣਾ, ਪ੍ਰਸਾਰਣ ਹੋਣਾ, ਉਹਨੂੰ ਲੈ ਕੇ ਇੱਕ ਜਿਹੜੀ ਅਮੈਂਡਮੈਂਟ ਹੈ ਉਹ ਕੀਤੀ ਜਾ ਰਹੀ। ਜੇ ਕੀ ਕਿਹਾ ਜਾ ਰਿਹਾ ਬਾਕੀ ਮੈਂ ਰਵਿੰਦਰ ਸਿੰਘ ਅਗਲਾ ਸਵਾਲ ਵੀ ਲੈ ਰਿਹਾ ਤੁਹਾਡੇ ਤੋਂ, ਤੁਹਾਨੂੰ ਪੂਰਾ ਮੌਕਾ ਮਿਲਣਾ ਰਵਿੰਦਰ ਸਿੰਘ, ਤੁਹਾਡਾ ਹੀ ਪੱਖ ਰੱਖਿਆ ਜਾਣਾ ਸਭ ਤੋਂ ਪਹਿਲਾਂ। ਰਵਿੰਦਰ ਸਿੰਘ, ਮੈਨੂੰ ਇੱਕ ਚੀਜ਼ ਦੱਸੋ, ਜਿਹੜੇ ਮੀਡੀਆ ਹਾਊਸ ਇਹ ਚਲਾ ਰਹੇ ਆ ਕਿ ਪੰਜਾਬ ਸਰਕਾਰ ਨਵਾਂ ਐਕਟ ਲਿਆ ਰਹੀ ਉਹ ਗਲਤ ਚਲਾ ਰਹੇ ਆ, ਤੁਸੀਂ ਉਹਨਾਂ ਖਬਰਾਂ ਨੂੰ ਖਾਰਜ ਕਰ ਦਿਓ? ਉਹ ਚਲਾ ਰਹੇ ਆ ਜੋ ਉਹ ਚਲਾ ਰਹੇ ਨੇ, ਆਮ ਨਾਟ ਸ਼ੋਰ ਉਹ ਕੀ ਚਲਾ ਰਹੇ ਆ ਕੀ ਨਹੀਂ ਚਲਾ ਰਹੇ, ਪਰ ਜਿਹੜਾ ਕੱਲ ਅਮੈਂਡਮੈਂਟ ਐਕਟ 2023 ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਨੇ ਲੈ ਕੇ ਆਣਾ, ਉਹ ਅਮੈਂਡਮੈਂਟ ਐਕਟ ਹੈ 2023। ਉਹਦੇ ਚ ਇੱਕ ਕਲੌਜ਼ ਜਿਹੜਾ ਹੈਗਾ 1900 ਸੈਕਸ਼ਨ 125A ਜਿਹੜਾ ਹੈਗਾ ਉਹ ਅਮੈਂਡ ਕੀਤਾ ਜਾਣਾ। ਉਹਦੇ ਵਿੱਚ ਵੀ ਜਿਹੜੀ ਸਪੈਸੀਫਿਕਲੀ ਬ੍ਰੌਡਕਾਸਟ ਨੂੰ ਲੈ ਕੇ ਗੱਲ ਹੈਗੀ ਹੈ ਕਿ ਜਿਹੜਾ ਹਰਮੰਦਰ ਸਾਹਿਬ ਤੋਂ ਗੁਰਬਾਣੀ ਦਾ ਪਵਿੱਤਰ ਬ੍ਰੌਡਕਾਸਟ ਹੋਊਗਾ ਉਹ ਕਿਸੇ ਇੱਕ ਪਾਰਟੀਕੂਲਰ ਅਦਾਰੇ ਲਈ ਨਹੀਂ ਕੀਤਾ ਜਾਊਗਾ, ਕਿਸੇ ਇੱਕ ਪਾਰਟੀਕੂਲਰ ਅਦਾਰੇ ਨੂੰ ਨਹੀਂ ਦਿੱਤਾ ਜਾਊਗਾ, ਉਹ ਫ੍ਰੀ ਔਨ 에ਅਰ ਹੋਊਗਾ। ਕੋਈ ਵੀ ਅਦਾਰਾ ਜਿਹੜਾ ਅੱਧਾ ਘੰਟਾ ਪਹਿਲਾਂ
ਗੁਰਬਾਣੀ ਦੇ ਪ੍ਰਸਾਰ ਤੋਂ ਅੱਧਾ ਘੰਟਾ ਬਾਅਦ ਚ ਤੇ ਕੋਈ ਕਮਰਸ਼ੀਅਲ ਐਡ ਨਹੀਂ ਚਲਾਉਂਦਾ ਉਸ ਸਮੇਂ ਦੇ ਦੌਰਾਨ ਆਪਣੇ ਚੈਨਲ ਦੇ ਉੱਪਰ, ਭਾਵੇਂ ਉਹ YouTube ਹੈ, ਸੋਸ਼ਲ ਮੀਡੀਆ ਹੈ ਠੀਕ। ਤੇ ਭਾਵੇਂ ਕੋਈ ਉਹਦਾ ਬ੍ਰੌਡਕਾਸਟ ਚੈਨਲ ਹੈ, ਉੱਤੇ ਚਲਾ ਸਕਦਾ। ਚਲੋ, ਇਹ ਯਾਨੀ ਕਿ ਐਕਟ ਦੇ ਮੁਤਾਬਕ ਪੰਜਾਬ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਕੰਟਰੋਲ ਹੋਊਗਾ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਤੇ, ਜਾਂ ਇਸ ਨੂੰ ਅਸੀਂ ਹੋਰ ਨਜ਼ਰੀਏ ਨਾਲ ਸਮਝੀਏ ਕਿ ਐਸਜੀਪੀਸੀ ਦੇ ਜਿਹੜੀਆਂ ਨੋਰਮਸ ਹੈ ਉਹਨਾਂ ਨੂੰ ਪੂਰਾ ਕਰਦਾ ਹੋਇਆ ਇਹ ਪ੍ਰਸਾਰਣ ਅੱਗੇ ਵਧੇਗਾ? ਜੀ ਬਹੁਤ ਵਧੀਆ ਤੁਸੀਂ ਜਿਹੜਾ ਇਹ ਸਵਾਲ ਕੀਤਾ ਕਿ ਕੰਟਰੋਲ ਹੋਊਗਾ। ਜਿਹੜਾ ਉਹ ਐਕਟ ਦੀ ਅਮੈਂਡਮੈਂਟ ਹੈ ਉਹ ਕੰਟਰੋਲ ਨੂੰ ਹੀ ਖਤਮ ਕਰਦੀ ਹੈ। ਉਹ ਕਹਿੰਦੀ ਹੈ ਵੀ ਕਿਸੇ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ। ਜਦੋਂ ਗੁਰਬਾਣੀ ਸਾਰਿਆਂ ਵਾਸਤੇ ਸਾਂਝੀ ਹੈ, ਜਿਵੇਂ ਨੈਚੁਰਲ ਰਿਸੋਰਸਿਸ ਸਾਰਿਆਂ ਵਾਸਤੇ ਸਾਂਝੇ ਹੁੰਦੇ ਨੇ, ਜਿਹੜੇ ਸਰਬੱਤ ਦਾ ਭਲੇ ਦੀ ਗੱਲ ਕਰਦੀ ਹੈ, ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਚ ਲੈਂਦੀ ਹੈ, ਉਹਦੇ ਜਿਹੜੇ ਪ੍ਰਸਾਰਣ ਦੇ ਅਖਤਿਆਰ ਨੇ ਉਹ ਇੱਕ ਪਾਰਟਿਕੂਲਰ ਕਿਸੇ ਵੀ ਅਦਾਰੇ ਕੋਲ ਕਿਉਂ ਹੋਣ। ਹੁਣ ਵੀ ਜਦੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਟੈਂਡਰ ਲਵਾਵਾਂਗੇ, ਟੈਂਡਰ ਦਾ ਮਤਲਬ ਕੀ ਹੈ ਕਿ ਤੁਸੀਂ ਪ੍ਰਸਾਰਣ ਨੂੰ ਜਿਹੜਾ ਵੇਚੋਗੇ, ਜੇ ਕੋਈ 25 ਕਰੋੜ ਦੀ ਦਊਗਾ, 25 ਤੋਂ 30 ਦੀ ਦਊਗਾ, 30 ਤੋਂ 35 ਦੀ ਬੋਲੀ ਲਾਊਗਾ, 35 ਤੋਂ 50 ਦੀ ਲਾਊਗਾ, 50 ਤੋਂ 100 ਕਰੋੜ ਦੀ ਬੋਲੀ ਲਾਊਗਾ, ਉਹਨੂੰ ਤੁਸੀਂ ਵੇਚੋਗੇ। ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹੀ ਕਿਹਾ ਕਿ ਉਹ ਕਿਸੇ ਵਾਸਤੇ ਨਹੀਂ ਹੋਣਗੇ, ਸਾਰਿਆਂ ਵਾਸਤੇ ਓਪਨ ਹੋਣਗੇ, ਕਿਸੇ ਦਾ ਕੰਟਰੋਲ ਨਹੀਂ ਹੋਊਗਾ, ਨਾਈਦਰ ਪੰਜਾਬ ਸਰਕਾਰ ਨੌਰ ਸੈਂਟਰ ਗਵਰਨਮੈਂਟ। ਰਵਿੰਦਰ ਜੀ, ਬਿਨਾਂ ਸ਼੍ਰੋਮਣੀ ਕਮੇਟੀ ਤੋਂ ਪੁੱਛੇ, ਬਿਨਾਂ ਸਿੱਖ ਸੰਸਥਾਵਾਂ ਤੋਂ ਪੁੱਛੇ ਤੁਸੀਂ ਇਹ ਸੋਧ ਕਰ ਸਕਦੇ ਹੋ ਰਵਿੰਦਰ ਸਿੰਘ? ਪੰਜਾਬ ਸਰਕਾਰ ਦੇ ਕੋਲ ਅਖਤਿਆਰ ਹੈ। ਜਿਨ੍ਹਾਂ ਨੇ ਪੁੱਛ ਰਹੀਆਂ ਨੇ, ਜਿਹੜੀਆਂ ਸੰਸਥਾਵਾਂ ਕਰ ਰਹੀਆਂ ਨੇ, ਇਹ ਸੰਸਥਾਵਾਂ ਨੂੰ ਵੀ ਪਤਾ, ਇੱਕ ਸਵਾਲ ਬਣਦਾ ਹੈ ਕਿ ਜਦੋਂ ਖੁਦ ਕਾਰਜਕਾਰੀ ਸੰਸਥਾ ਹੈ ਅੱਜ ਦੀ ਡੇਟ ਦੇ ਅੰਦਰ, ਤੁਸੀਂ ਦੇਖੋ ਪਿਛਲੇ ਦਿਨੀ ਜਦੋਂ ਜਥੇਦਾਰ ਸਾਹਿਬ ਨੂੰ ਚੇਂਜ ਕੀਤਾ ਗਿਆ, ਕਿਸ ਤੋਂ ਪੁੱਛਿਆ ਗਿਆ, ਕਿਸ ਤੋਂ ਰਾਏ ਲਿੱਤੀ ਗਈ ਹੈ, ਕਿਹੜੀ ਹੋਰ ਅਦਾਰਿਆਂ ਨਾਲ ਗੱਲ ਕੀਤੀ ਗਈ ਹੈ। ਉਸ ਦੇ ਇਲਾਵਾ ਜਦੋਂ 11 ਸਾਲ ਦਾ ਐਗਰੀਮੈਂਟ ਤੁਸੀਂ ਕਰ ਦਿੰਦੇ ਹੋ, 11 ਸਾਲ ਦੇ ਅਖਤਿਆਰ ਤੁਸੀਂ ਇੱਕ ਪਾਰਟਿਕੂਲਰ ਅਦਾਰੇ ਨੂੰ ਦੇ ਦਿੰਦੇ ਹੋ, ਜਿਹਦਾ ਨਾਮ ਵੀ ਹੈ ਪੀਟੀਸੀ ਨੂੰ, 11 ਸਾਲ ਵਾਸਤੇ ਦੇ ਕੇ ਤੋਂ ਪੁੱਛਿਆ ਗਿਆ। ਠੀਕ ਹੈ, ਜਿਹੜੀ ਧਾਰਾ 125 ਏ ਤੁਸੀਂ ਐਡ ਕਰਨੀ ਹੈ ਰਵਿੰਦਰ ਸਿੰਘ, ਮੈਂ ਤੁਹਾਨੂੰ ਸਭ ਤੋਂ ਵੱਧ ਵਕਤ ਦੇਣਾ ਰਵਿੰਦਰ ਸਿੰਘ, ਇਹ ਮੰਨ ਕੇ ਚੱਲੋ, ਮੈਂ ਓਪਨਲੀ ਕਹਿ ਰਿਹਾ ਸਰ, ਕੋਈ ਲੋਕ ਤਾਂ ਲੁਕੋ ਕੇ ਕਹਿੰਦੇ ਨੇ, ਮੈਂ ਓਪਨਲੀ ਕਹਿ ਰਿਹਾ ਤੁਹਾਨੂੰ ਸਭ ਤੋਂ ਜ਼ਿਆਦਾ ਵਕਤ ਮਿਲਣਾ। ਰਵਿੰਦਰ ਸਿੰਘ, ਮੈਨੂੰ ਇੱਕ ਚੀਜ਼ ਦੱਸ ਦਿਓ, 125 ਏ ਬਿਨਾਂ ਪਾਰਲੀਮੈਂਟ ਤੋਂ, ਬਿਨਾਂ ਐਸਜੀਪੀਸੀ ਦੀ ਪਰਮਿਸ਼ਨ ਤੋਂ ਤੁਸੀਂ ਸਾਰੇ ਸੋਧ ਕਰ ਸਕਦੇ ਹੋ? There is a judgment of apex court, ਉਹ ਸੀਐਮ ਸਾਹਿਬ ਨੇ ਉੱਥੇ ਵੀ ਦਿਖਾਈ ਹੈ। ਚਲੋ ਇੱਕ ਮਿੰਟ ਮਿਸਟਰ, ਜਜਮੈਂਟ ਵਿੱਚ ਸਪੈਸੀਫਿਕਲੀ ਕਿਹਾ ਗਿਆ, ਕਿਉਂਕਿ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਜਾਇਮੈਂਟ ਪਈ ਹੈ, ਜਾਇਮੈਂਟ ਪਈ ਹੈ। ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ, ਫਿਰ ਆਪਾਂ ਡਿਬੇਟ ਓਪਨ ਕਰ ਦੇਣੀ ਹੈ ਰਵਿੰਦਰ ਸਿੰਘ, ਆਪਾਂ ਡਿਬੇਟ ਓਪਨ ਕਰ ਦੇਣੀ। ਫਿਰ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ, ਜਿਹੜਾ ਸਿੱਖ ਗੁਰਦੁਆਰਾ ਐਕਟ 1925 ਹੈ, ਇਹ ਇੰਟਰਸਟੇਟ ਐਕਟ ਹੈ ਜਾਂ ਸਟੇਟ ਐਕਟ ਹੈ? ਜਿਹੜਾ ਮੈਨੂੰ ਹੁਣ ਪਤਾ ਹੈ ਕਿ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇੱਕ ਪ੍ਰੋਵੀਜ਼ੋ ਹੈਗੀ ਹੈ, ਸ਼ਾਇਦ 75 ਕਲਾਸ 75 ਹੈ, ਉਹਦਾ ਰੌਲਾ ਇਹ ਸਾਰੀਆਂ ਪਾਰਟੀਆਂ ਪਾਣਗੀਆਂ ਵੀ ਆ। ਸਰ ਮੈਂ ਪਾਰਟੀਆਂ ਦਾ ਸਵਾਲ ਨਹੀਂ ਕਰ ਸਰ, ਪਾਰਟੀਆਂ ਤੋਂ ਹੀ ਇੰਟਰੋਡਿਊਸ ਕਰਾਉਣਾ ਸਰ ਤੁਹਾਡੇ ਨਾਲ। ਸਟੇਟ ਐਕਟ ਹੈ, when it comes to the state it is a state act। ਚਲੋ ਐਸਜੀਪੀਸੀ ਦੇ ਮੈਂਬਰ ਜਿਹੜੇ ਚੰਡੀਗੜ੍ਹ ਤੇ ਹਿਮਾਚਲ ਤੋਂ ਆਉਂਦੇ ਆ, ਤੁਸੀਂ ਉਹਨਾਂ ਨੂੰ ਨਹੀਂ ਮੰਨਦੇ? ਮੈਂ ਕਹਿੰਦਾ ਜੀ ਜਦੋਂ ਸਟੇਟ ਦੇ ਮਾਮਲੇ ਦੇ ਵਿੱਚ ਆਉਂਦਾ ਹੈ ਤਦੋਂ ਸਟੇਟ ਐਕਟ ਹੈ, ਬਟ ਉਹ ਕਰਦਾ ਸੈਂਟਰਲ ਲੈਵਲ ਤੇ ਕੰਮ ਹੈ। ਤੇ ਜਿੱਦਾਂ ਜੇ ਅਸੀਂ ਆਪਣਾ ਐਕਟ ਬਣਾਉਂਦੇ ਹਾਂ, ਥੋੜਾ ਜਿਹਾ ਕਲੀਅਰ ਕਰ ਦਿਓ ਰਵਿੰਦਰ ਸਿੰਘ, ਉੱਥੇ ਦਰਕਨਾਰੇ ਹੋਏ ਥੋੜਾ ਕਲੀਅਰ ਕਰ ਦਿਓ। ਦਾ ਸਿੱਖ ਗੁਰਦੁਆਰਾ ਐਕਟ 1925 ਇਜ਼ ਇੰਟਰਸਟੇਟ ਐਕਟ ਔਰ ਸਟੇਟ ਐਕਟ? when it comes to state, when it's come to the amendment, it's a state act। ਚਲੋ ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਬਾਕੀ ਮੈਂ ਉਹਨਾਂ ਕੋਲ ਜਾਊਂਗਾ। ਰਵਿੰਦਰ ਸਿੰਘ ਨੂੰ ਬਹੁਤ ਵਕਤ ਦਿੱਤਾ ਸੀ ਤੇ ਇਸ ਵਕਤ ਦੇ ਨਾਲ ਹੀ ਫੈਸਲਾ ਹੋਵੇਗਾ ਕਿ ਦੁਬਿਧਾ ਅਸਲ ਵਿੱਚ ਕਿੰਦੇ ਕੋਲੇ ਹੈਗੀ ਹੈ ਤੇ ਦੁਬਿਧਾ ਹੈ ਕੋਣ। ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਗੁਰਬਾਣੀ ਪ੍ਰਸਾਰਣ ਨੂੰ ਆਧਾਰ ਬਣਾ ਕੇ ਗੁਰਦੁਆਰਾ ਐਕਟ ਮੁਤਲਕ ਪੰਜਾਬ ਸਰਕਾਰ ਦੇ ਐਲਾਨ ਤੇ ਕਮਸਾਨ ਕਿਉਂ? ਤਾਰਨੀ ਸਾਹਿਬ ਤੁਹਾਡਾ ਇਤਰਾਜ਼ ਕੀ ਹੈ? ਇਹ 125 ਏ ਨੂੰ ਇਹ ਜੋੜ ਨਹੀਂ ਸਕਦੇ, ਅਮੈਂਡ ਨਹੀਂ ਕਰ ਸਕਦੇ? ਤਾਰਨੀ ਸਾਹਿਬ ਬਿਲਕੁਲ ਨਹੀਂ ਕਰ ਸਕਦੇ। ਦੇਖੋ ਇਹ ਜਿੱਥੇ ਤੱਕ ਜਿਵੇਂ ਇਹਨਾਂ ਨੇ ਪਹਿਲਾਂ ਆਪ ਹੀ ਕਿਹਾ, ਦੇਖੋ ਇਸ ਐਕਟ ਦੇ ਵਿੱਚ ਜੇ ਕੋਈ ਅਮੈਂਡਮੈਂਟ ਹੋਣੀ ਹੈ ਤਾਂ ਉਹ ਪਾਰਲੀਮੈਂਟ ਦੇ ਵਿੱਚ ਹੋਣੀ ਹੈ, ਨੰਬਰ 1। ਨੰਬਰ 2, ਇਹ ਜਿਹੜਾ ਐਕਟ ਹੈਗਾ 1925 ਦੇ ਵਿੱਚ ਪਾਸ ਹੋਣ ਤੋਂ ਬਾਅਦ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਜਦੋਂ ਹੋਈ ਨਾ ਸਟੇਟ ਦੀ, ਪੰਜਾਬ ਸਟੇਟ ਦੀ, ਉਸ ਤੋਂ ਬਾਅਦ ਇੱਕ ਪੈਕਟ ਹੋਇਆ ਮਾਸਟਰ ਤਾਰਾ ਸਿੰਘ ਔਰ ਜਵਾਹਰ ਲਾਲ ਨਹਿਰੂ ਜੀ ਦੇ ਵਿੱਚ,
ਜਿਹਦੇ ਮੁਤਾਬਕ ਇਹ ਹੈਗਾ ਕਿ ਜੇ ਅਮੈਂਡਮੈਂਟ ਕਰਨੀ ਹੈਗੀ ਆ ਤਾਂ ਜਿਹੜਾ ਐਸਜੀਪੀਸੀ ਦਾ ਹਾਊਸ ਹੈਗਾ ਉਸ ਦੇ ਕਹਿਣ ਦੇ ਉੱਤੇ ਕਰਨੀ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਅੱਜ ਜਦੋਂ ਸਰਦਾਰ ਭਗਵੰਤ ਮਾਨ ਹੀ ਕਹੂੰਗਾ, ਮੈਂ ਤਾਂ ਉਹ ਸਿੰਘ ਤਾਂ ਉਹਨਾਂ ਨੇ ਕਦੇ ਲਾਏ ਹੀ ਨਹੀਂ, ਤੇ ਉਹ ਜਿਹੜਾ ਹੈਗਾ ਐਕਟ ਪੜ੍ਹ ਕੇ ਦੱਸ ਰਹੇ ਸੀ ਕਿ ਧਾਰਾ ਜਿਹੜੀ 125 ਏ ਹੈ ਜਿਹੜੀ ਉਹਦੀਆਂ ਕੁਝ ਗੱਲਾਂ ਕਰ ਰਹੇ ਸੀ ਕਿ ਉਹ ਜਿਹੜਾ ਹੈਗਾ ਬੋਰਡ ਜਿਹੜਾ ਹੈਗਾ ਉਹਨੂੰ ਕਹਿਣਗੇ, ਤੇ ਬੋਰਡ ਜਿਹੜਾ ਹੈਗਾ ਬੋਰਡ ਇਜ਼ ਐਸਜੀਪੀਸੀ, ਤੇ ਉਹ ਜਿਹੜੀ ਗੱਲ ਹੈਗੀ ਆ ਨਾ ਉਹ ਟੋਟਲ ਜਿਹੜੀ ਹੁਣ ਉੱਥੇ ਉਹਨਾਂ ਨੂੰ ਪਤਾ ਹੈਗਾ, ਪਰ ਇਹ ਇੱਕ ਇਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਸਸ਼ੋ ਪੰਜ ਖੜੀ ਕਰਤੀ ਜਿਹਦੇ ਪਿੱਛੇ ਕੁਝ ਜਿਹੜੇ ਹੈਗਾ ਪੋਲੀਟੀਕਲ ਕਾਰਨਾਂ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਉਹਨਾਂ ਨੂੰ ਪਤਾ ਹੈ ਵੀ ਇਹ ਨਹੀਂ ਕੁਝ ਹੋ ਸਕਦਾ, ਪਰ ਅੱਜ ਪੰਜਾਬ ਦੇ ਵਿੱਚ ਔਰ ਸੈਂਟਰ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਲੋਕਾਂ ਦੀ ਰਾਏ ਦੇ ਵਿੱਚ ਇੱਕੋ ਮਸਲਾ ਚੱਲ ਰਿਹਾ ਹੈਗਾ। ਮੈਂ ਉਹਦੇ ਪਿੱਛੇ ਪੁੱਛਦਾ ਹੈਗਾ ਕਿ ਭਗਵੰਤ ਮਾਨ ਸਾਹਿਬ ਦਾ ਪਰਸਨਲ ਇੰਟਰਸਟ ਕੀ ਹੈਗਾ, ਸਰਕਾਰ ਦਾ ਇੰਟਰਸਟ ਕੀ ਹੈਗਾ, ਦੂਜਾ ਇਹਦੇ ਪਿੱਛੇ ਜਿਹੜੇ ਕੁਝ ਚੈਨਲ ਲੱਗੇ ਹੋਏ ਹੈਗੇ ਆ ਜਾਂ ਉਹਨਾਂ ਦੇ ਮੀਡੀਆ ਐਡਵਾਈਜ਼ਰ ਹੈਗੇ ਆ ਉਹਨਾਂ ਦੇ ਇੰਟਰਸਟ ਕੀ ਹੈਗੇ ਆ। ਤਾਨੇ ਸਾਹਿਬ ਤੁਸੀਂ ਇੰਟਰਸਟ ਪੁੱਛ ਸਕਦੇ ਹੋ, ਸਰਕਾਰ ਨੂੰ ਵੀ ਪੁੱਛ ਸਕਦੇ ਹੋ। ਸਰਕਾਰ ਨੇ ਤਾਂ ਸਾਫ਼ ਕਰਤਾ ਕਹਿੰਦੇ ਮੇਰੇ ਕੋਈ ਭੂਆ ਦਾ ਮੁੰਡਾ ਨਹੀਂ, ਕੋਈ ਚਾਚੇ ਦਾ ਮੁੰਡਾ ਨਹੀਂਗਾ, ਨਾ ਸਰਕਾਰੀ ਕੰਟਰੋਲ 'ਚ ਰਹਿਣਾ ਹੈ। ਤਾਨੇ ਸਾਹਿਬ ਹੋਰ ਸਰਕਾਰ ਤੋਂ ਕੀ ਸਪਸ਼ਟੀਕਰਨ ਚਾਹੀਦਾ ਤੁਹਾਨੂੰ? ਮੈਂ ਦੱਸਦਾ ਜੀ ਉਹਦਾ ਜਵਾਬ ਦਿੰਦਾ ਜੀ। ਇੱਕ ਕੁਝ ਦਿਨ ਪਹਿਲਾਂ ਇੱਕ ਇਹਨਾਂ ਦੇ ਮੀਡੀਆ ਐਡਵਾਈਜ਼ਰ ਜਿਹੜੇ ਹੈਗੇ ਆ ਭਗਵੰਤ ਮਾਨ ਸਾਹਿਬ ਦੇ, ਉਹਨਾਂ ਦੇ ਆਪਣੀ ਫੇਸਬੁੱਕ ਪੇਜ ਦੇ ਉੱਤੇ ਪਿਆ ਵਾ ਸੀ ਕਿ ਤੁਸੀਂ ਜਿਹੜਾ ਉਹ ਪਾਇਰੇਟ ਡੱਬਾ ਜਿਹੜਾ ਅਮਰੀਕਾ ਕੈਨੇਡਾ ਦੇ ਵਿੱਚ ਵਿਕਦਾ ਹੈਗਾ ਕਿ ਉਹ ਤੁਸੀਂ ਵੱਧੋ ਵੱਧ ਲਵਾਓ, ਜਿਹੜਾ ਕਿ ਇਲੀਗਲ ਹੈਗਾ ਉਹਨਾਂ ਦਾ ਉਹਦੀ ਐਡ ਉਹ ਆਪਣੇ ਉਹਦੇ ਨਾਲ ਕਰ ਰਹੇ ਸੀ। ਔਰ ਉਹ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਧੜੱਲੇ ਨਾਲ ਵਿਕ ਰਿਹਾ ਹੈਗਾ ਔਰ ਇਹ ਉਸ ਦੇ ਰਾਹੀਂ। ਤਾਨੇ ਸਾਹਿਬ ਹਾਂਜੀ ਸਰ, ਗੁਰਦੁਆਰਾ ਐਕਟ ਵਿੱਚ ਸੋਧ ਦਾ ਇਹਦੇ ਨਾਲ ਕੀ ਮਤਲਬ ਸਰ, ਕੀ ਕੰਸਰਨ ਹੈ? ਗੁਰਦੁਆਰਾ ਸੋਧ ਦਾ ਮਤਲਬ ਇਹ ਹੈਗਾ ਕਿ ਇਹਨਾਂ ਦਾ ਚਲੋ ਮੈਂ ਪੁੱਛਦਾ ਕਿ ਸਰਕਾਰ ਦਾ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖਾਂ ਦੇ ਮਸਲਿਆਂ ਦੇ ਵਿੱਚ ਕੀ ਤਾਲੁਕ ਹੈਗਾ? ਮੇਰਾ ਕੁਐਸਚਨ ਇਹ ਹੈਗਾ। ਗੁਰਬਾਣੀ ਪ੍ਰਸਾਰਣ ਜੇ ਇੱਕ ਚੈਨਲ ਕੋਲ ਹੈਗਾ ਤਾਂ ਜੇ ਸਰਕਾਰ ਉਹਦੇ ਲਈ ਅਮੈਂਡਮੈਂਟ ਕਰ ਰਹੀ ਹੈ ਤਾਂ ਕਿ ਉਹ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਹੋਗੀ? ਪਹਿਲੀ ਗੱਲ ਇਹ ਹੈਗੀ ਹਾਂ ਬਿਲਕੁਲ ਇਹ ਇੱਕ ਸਟੈਪ ਹੈ। ਇਸ ਤੋਂ ਬਾਅਦ ਇਹ ਕਹਿਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਇਸ ਤਰ੍ਹਾਂ ਦਿਆ ਕਰਾਂਗੇ, ਇੰਨੀ ਹੋਣੀ ਚਾਹੀਦੀ ਹੈ, ਇਹਦਾ ਪੇ ਸਕੇਲ ਆ ਹੋਣਾ ਚਾਹੀਦਾ, ਇਹਦੀ ਫਲਾਣੀ ਚੀਜ਼ ਦੇ ਵਿੱਚ ਆ ਅਮੈਂਡਮੈਂਟ ਹੋਣੀ ਚਾਹੀਦੀ ਹੈ। ਇਹ ਜਿਹੜਾ ਹੈਗਾ ਦਿਸ ਇਜ਼ ਵਿੰਡੋ, ਮਤਲਬ ਜਿਸ ਤਰ੍ਹਾਂ ਕਹਿੰਦੇ ਆ ਨਾ ਬਣਾਈ ਜਾ ਰਹੀ ਹੈ, ਸਟਾਰਟਿੰਗ ਬਣਾਈ ਜਾ ਰਹੀ ਆ ਔਰ ਬਹੁਤ ਹੀ ਖਤਰਨਾਕ ਹੈ। ਔਰ ਤੁਸੀਂ ਇਹਦੇ ਤੇ ਲੋਕ ਰਾਏ ਦੇਖੋ ਕੀ ਹੈਗੀ ਆ। ਕੱਲੇ ਭਗਵੰਤ ਮਾਨ ਸਾਹਿਬ ਬੋਲ ਰਹੇ ਆ, ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਛੱਡ ਕੇ ਜਿੰਨੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਕਿਸੇ ਨੂੰ ਵੀ ਬਿਨਾਂ ਕੰਟੈਕਟ ਪੁੱਛੇ ਤੋਂ ਇੱਕ ਕਾਨੂੰਨ ਦੇ ਵਿੱਚ ਕਾਨੂੰਨ ਦੇ ਪਿੱਛੇ ਸੋਟਾ ਲੈ ਕੇ ਪੈ ਜਾਣਾ ਜਿਹੜਾ ਹੈਗਾ ਉਹ ਕਰਿਆ ਜਾ ਰਿਹਾ। ਅਗਲੇ ਸੈਗਮੈਂਟ 'ਚ ਵਾਰੀ ਹੋਊਗੀ। ਗੁਰਤੇਜ ਸਿੰਘ ਸਰ ਦੁਬਿਧਾ ਹੈ ਕੀ ਹੈ ਸਰ? ਮੈਂ ਤਾਂ ਬੜਾ ਕਨਫਿਊਜ਼ ਹੋਇਆ ਸੀਗਾ। ਕੁਝ ਮੀਡੀਆ ਹਾਊਸਸ ਨੇ ਖਬਰਾਂ ਚਲਾਤੀਆਂ ਕਿ ਵੱਖਰਾ ਗੁਰਦੁਆਰਾ ਐਕਟ ਲੈ ਕੇ ਆ ਰਹੇ ਆ। ਫਿਰ ਮੈਂ 2-3 ਬਿਆਨ ਸੁਣੇ ਕਿ ਜਿਹੜੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਹੈ ਉਹਦੇ ਮੁਤਾਬਕ ਸੂਬੇ ਕੋਲੇ ਪਾਵਰ ਹੈਗੀ ਹੈ ਕਿ ਇੱਕ ਵੱਖਰਾ ਐਕਟ ਲਿਆਂਦਾ ਜਾ ਸਕਦਾ ਤੇ ਮੌਕਾ ਖੁੰਝਣਾ ਨਹੀਂ ਚਾਹੀਦਾਗਾ। ਪਰ ਜਦੋਂ ਸਰਕਾਰ ਦੀ ਸਟੇਟਮੈਂਟ ਆਉਂਦੀ ਹੈ ਉਹ ਆਉਂਦੀ ਹੈ ਕਿ ਸੋਧ ਕਰ ਰਹੇ ਆ। ਗੁਰਤੇਜ ਸਿੰਘ ਜੀ ਸਰ, ਸੋਧ ਕਰਨ ਦਾ ਅਧਿਕਾਰ ਹੈਗਾ ਸੂਬੇ ਕੋਲੇ? ਸੋਧ ਕਰਨ ਦੇ ਬਾਰੇ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤਾ ਸੀਐਮ ਸਾਹਿਬ ਨੇ, ਉਹ ਆਪਾਂ ਸਾਰਿਆਂ ਨੇ ਸੁਣਿਆ ਤੇ ਮੈਂ ਵੀ ਦੇਖਿਆ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਹੈਗੀ ਹਰਿਆਣਾ ਕਮੇਟੀ ਦੇ ਮੁਤਾਲਕ ਉਸ ਦੇ ਵਿੱਚ ਇਹ ਇੰਪਲੀਸਿਟ ਹੈ ਕਿ ਜੀ ਪੰਜਾਬ ਵੀ ਆਪਣੀ ਐਕਟ ਬਣਾ ਸਕਦਾ ਹੈ, ਸੋਧ ਕਰ ਸਕਦਾ ਹੈ। ਹੁਣ ਇਹ ਇੱਥੋਂ ਤੱਕ ਤਾਂ ਗੱਲ ਠੀਕ ਆ ਉਹਨਾਂ ਦੀ ਕਿ ਉਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੈ, ਲੇਕਿਨ ਸੁਪਰੀਮ ਕੋਰਟ ਦੇ ਬਾਰੇ ਜੋ ਮੈਂ ਪਿਛਲੇ ਸਮਿਆਂ ਤੋਂ ਦੇਖਦਾ ਆਇਆ ਉਸ ਦੇ ਵਿੱਚ ਪੰਜਾਬ ਦੇ ਬਾਰੇ ਕੰਸਿਸਟੈਂਸੀ ਹੈ ਨਹੀਂ ਕਿ ਪੰਜਾਬ ਦੇ ਬਾਰੇ ਜੋ ਕਾਨੂੰਨ ਬਣਿਆ ਉਹੀ ਕਾਨੂੰਨ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਲੱਗੇਗਾ, ਦੂਸਰੇ ਪ੍ਰਦੇਸ਼ਾਂ ਜਿਹੜਾ ਬਣਾਇਆ ਗਿਆ ਉਹੀ ਪੰਜਾਬ ਦੇ ਉੱਤੇ ਲਾਗੂ ਹੋਏਗਾ ਕਿ ਨਹੀਂ ਹੋਏਗਾ। ਸੁਪਰੀਮ ਕੋਰਟ ਕਦੋਂ ਆਪਣੀ ਰਾਏ ਬਦਲ ਲਏ ਔਰ ਕਹਿ ਰਹੇ ਕਿ ਇਹ ਨਹੀਂ ਹੋ ਸਕਦਾ, ਇਹਨਾਂ ਨੇ ਇਸ ਗੱਲ ਦਾ ਖਿਆਲ ਨਹੀਂ ਰੱਖਿਆ। ਦੂਸਰੀ ਗੱਲ ਇਹ ਹੈ ਕਿ ਜਿਵੇਂ ਧਾਰਮਿਕ ਸਾਹਿਬ ਨੇ ਕਿਹਾ, ਮੈਂ ਇਸ ਦੇ ਨਾਲ ਸਹਿਮਤ ਹਾਂ
ਕਿ ਇਹਨਾਂ ਨੂੰ ਬਿਲਕੁਲ ਕੋਈ ਅਧਿਕਾਰ ਨਹੀਂ ਸਰਕਾਰ ਨੂੰ ਕਿ ਸ਼੍ਰੋਮਣੀ ਕਮੇਟੀ ਦੇ ਮਸਲੇ ਦੇ ਵਿੱਚ, ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰੇ। ਤੀਸਰੀ ਗੱਲ ਜਿਹੜੀ ਕਹਿਣੀ ਬਣਦੀ ਹੈ ਉਹ ਇਹ ਹੈਗੀ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਔਰ ਅਕਾਲੀ ਦਲ ਦਾ ਇਹਨਾਂ ਨੇ ਉਹ ਜਥੇਦਾਰ ਸਾਹਿਬ ਦਾ ਸੁਣਿਆ ਨਹੀਂ ਸੁਣਿਆ, ਇਹਨਾਂ ਨੇ ਲੋਕਾਂ ਦੀ ਆਵਾਜ਼ ਨਹੀਂ ਸੁਣੀ। 6-7 ਮਹੀਨਿਆਂ ਤੋਂ ਇਹ ਸਾਰਾ ਰੌਲਾ ਪੈ ਰਿਹਾ ਹੈ ਕਿ ਇਹ ਜਿਹੜਾ ਇੱਕ ਅਧਿਕਾਰ ਦਿੱਤਾ ਗਿਆ ਕਿਸੇ ਇੱਕ ਆਦਮੀ ਨੂੰ, ਇਸ ਨੂੰ ਖਤਮ ਕਰਨਾ ਚਾਹੀਦਾ ਹੈ। ਇਸ ਨੂੰ ਪਤਾ ਨਹੀਂ ਖਤਮ ਕਰਨ ਦੇ ਵਿੱਚ ਇਹਨਾਂ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ। ਕਹਿੰਦੇ ਸਨ ਕਿ ਅਸੀਂ ਹੁਣੇ ਬਣਾ ਦੇਣਾ ਇੱਕ ਟਰਾਂਸਮਿਸ਼ਨ ਵਾਸਤੇ ਸਿਸਟਮ ਬਣਾ ਦੇਣਾ, ਲੇਕਿਨ ਇਹ ਸਾਰੇ ਕਾਸੇ ਦੇ ਨਾਲ ਸਰਕਾਰ ਨੂੰ ਇੱਕ ਲੀਵਰ ਜ਼ਰੂਰ ਮਿਲ ਜਾਂਦਾ ਹੈ, ਕਿਉਂਕਿ ਲੋਕਾਂ ਦੀ ਵੀ ਇਹ ਭਾਵਨਾ ਹੈਗੀ ਕਿ ਇਹ ਜਿਹੜਾ ਇੱਕ ਅਧਿਕਾਰ ਹੈ ਖਤਮ ਹੋਣਾ ਚਾਹੀਦਾ ਹੈ ਔਰ ਗੁਰਬਾਣੀ ਦਾ ਪ੍ਰਸਾਰਨ ਸਾਰਿਆਂ ਵਾਸਤੇ ਹੋਣਾ ਚਾਹੀਦਾ ਹੈ। ਹੁਣ ਸਰਕਾਰ ਦੇ ਕੋਲੇ ਗੁਰਬਾਣੀ ਦਾ ਪ੍ਰਸਾਰ ਕਰਨ ਦੀ ਕੋਈ ਸ਼ਕਤੀ ਹੈ ਜਾਂ ਇਹ ਕੋਈ ਕੈਪੇਬਿਲਿਟੀ ਹੈ, ਜਾਂ ਸਰਕਾਰ ਸੰਵਿਧਾਨਿਕ ਤੌਰ ਦੇ ਉੱਤੇ ਕਿਸੇ ਧਰਮ ਦਾ, ਕਿਸੇ ਬਾਣੀ ਦਾ ਪ੍ਰਚਾਰ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਇਹ ਗੱਲ ਵੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਦੇਖਣ ਆਏਗੀ। ਉਹ ਦੇਖਣਗੇ ਇਸ ਨੂੰ ਵੀ ਇਹ ਠੀਕ ਹੈ ਇਹਨਾਂ ਦਾ ਕਿ ਨਹੀਂ। ਸੋ ਜਿਸ ਤਰ੍ਹਾਂ ਨਾਲ ਪੂਰੇ ਕੌਨਫੀਡੈਂਸ ਦੇ ਨਾਲ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੀ ਮੈਂ ਸਾਰਾ ਕੁਝ ਕਰ ਸਕਦਾ, ਮੇਰੇ ਖਿਆਲ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਆਉਣਗੀਆਂ। ਉਹਨਾਂ ਨੂੰ ਜ਼ਰੂਰ ਸਲਾਹ ਮਿਲੀ ਹੋਣੀ ਹੈ, ਰਾਏ ਮਿਲੀ ਹੋਣੀ ਹੈ ਕਾਨੂੰਨਦਾਨਾਂ ਦੀ, ਲੇਕਿਨ ਇਹ ਰਾਏ ਫਾਈਨਲ ਕਤਈ ਨਹੀਂ ਹੁੰਦੀ। ਕਾਨੂੰਨਦਾਨ ਸਾਰੇ ਬੈਠੇ ਨੇ, ਇਹ ਜਾਣਦੇ ਨੇ ਕਿ ਕਿਵੇਂ ਕਾਨੂੰਨ ਇੱਕ ਮਿੰਟ ਦੇ ਉੱਤੇ ਹੋਰ ਹੋ ਜਾਂਦਾ ਹੈ। ਅਸੀਂ ਤਾਂ ਪੰਜਾਬ ਦੇ ਵਿੱਚ ਕਈ ਵਾਰੀ ਦੇਖਿਆ। ਠੀਕ ਹੈ ਸਰ। ਕਰਨਲ ਜੈਵੰਤ ਸਿੰਘ ਸਰ, ਤੁਹਾਡਾ ਪਹਿਲਾ ਕਮੈਂਟ ਸਰ। ਹਾਂਜੀ, ਥੈਂਕ ਯੂ ਕੇਪੀ ਸਿੰਘ ਜੀ। ਸਭ ਤੋਂ ਪਹਿਲੇ ਤੇ ਮੈਂ ਆਪਣਾ ਗਵਰਨਮੈਂਟ ਦਾ ਇਹਦੇ 'ਚ ਪੱਖ ਰੱਖਣਾ ਚਾਹਾਂਗਾ, ਬੀਜੇਪੀ ਦਾ ਪੱਖ ਰੱਖਣਾ ਚਾਹਾਂਗਾ। ਬੀਜੇਪੀ ਇਹ ਬਿਲੀਵ ਕਰਦੀ ਹੈ ਕਿ ਰਿਲੀਜੀਅਸ ਆਰਗੇਨਾਈਜੇਸ਼ਨਸ ਤੇ ਰਿਲੀਜੀਅਸ ਇੰਸਟੀਟਿਊਸ਼ਨਸ ਨੂੰ ਪੂਰੀ ਫਰੀडम ਹੋਣੀ ਚਾਹੀਦੀ ਹੈ ਆਪਣੇ ਕੰਮ ਨੂੰ ਆਪਣੇ ਤਰੀਕੇ ਦੇ ਨਾਲ ਚਲਾਉਣ ਵਾਸਤੇ। ਦਿਸ ਇਜ਼ ਦੀ ਸੈਂਟਰਲ ਪਾਲਿਸੀ। ਇਸੇ ਪਾਲਿਸੀ ਦੇ ਤਹਿਤ ਤੇ ਇਹਦੇ ਨਾਲ ਬੀਜੇਪੀ ਐਸ ਫਾਰ ਐਸ ਸਪੈਸੀਫਿਕ ਟੂ ਦੀ ਐਸਜੀਪੀਸੀ, ਸਪੈਸੀਫਿਕ ਟੂ ਦਾ ਦਿਸ ਥਿੰਗ, ਇੱਕ ਜਿਹੜਾ ਪੁਰਾਣਾ ਪ੍ਰੈਸੀਡੈਂਟ ਚੱਲ ਰਿਹਾ ਹੈ ਜਿਹਦੇ ਬਾਰੇ ਧਾਰਦੀ ਸਾਹਿਬ ਨੇ ਗੱਲ ਕੀਤੀ ਸੀਗੀ, ਪੈਕਟ ਬਿਟਵੀਨ ਜਵਾਹਰ ਲਾਲ ਨਹਿਰੂ ਐਂਡ ਮਾਸਟਰ ਤਾਰਾ ਸਿੰਘ, ਉਹਦੇ ਹਿਸਾਬ ਦੇ ਨਾਲ ਬੀਜੇਪੀ ਨੇ ਅੱਜ ਤੱਕ ਅਗਰ ਕੋਈ ਵੀ ਅਮੈਂਡਮੈਂਟ ਕੀਤੀ ਹੈ ਗੁਰਦੁਆਰਾ ਐਕਟ ਦੀ, ਉਹ ਐਸਜੀਪੀਸੀ ਦੀ ਰਿਕਮੈਂਡੇਸ਼ਨ ਦੇ ਉੱਤੇ ਹੀ ਕੀਤੀ ਹੈ। ਲਾਸਟ ਐਸੀ ਜਿਹੜੀ ਅਮੈਂਡਮੈਂਟ ਹੋਈ ਹੈ ਉਹ ਹੋਈ ਸੀਗੀ 2016 ਦੇ ਵਿੱਚ ਅਬਾਊਟ ਸਹਿਜਦਾਰੀ ਸਿੱਖਸ, ਉਹ ਵੀ ਐਸਜੀਪੀਸੀ ਨੇ ਕਿਹਾ ਸੀਗਾ ਤੇ ਫਿਰ ਹੀ ਉਹ ਅਮੈਂਡਮੈਂਟ ਹੋਈ। ਸੋ ਇਹ ਹੋ ਗਈ ਮੇਰੀ ਜਿਹੜੀ ਗਵਰਨਮੈਂਟ ਦਾ ਪੱਖ ਹੈ, ਦੈਟ ਵੀ ਡੂ ਨਾਟ ਵਾਂਟ ਟੂ ਇੰਟਰਫੇਅਰ ਇਨ ਦਾ ਵਰਕਿੰਗ। ਦੂਸਰੀ ਗੱਲ ਆ ਗਈ ਸੋਸ਼ਲ ਲੈਵਲ ਦੇ ਉੱਤੇ, ਤੇ ਮੈਂ ਇਹ ਕਹਾਂਗਾ ਕਿ ਪਹਿਲੀ ਵਾਰ, ਜੇ ਇਹਨਾਂ ਨੂੰ ਬੜੀ ਆਦਤ ਹੈ ਨਾ ਕਹਿਣ ਦੀ ਆਮ ਆਦਮੀ ਪਾਰਟੀ ਨੂੰ, ਪਹਿਲੀ ਵਾਰ, ਤੇ ਮੈਂ ਕਹਾਂਗਾ ਪਹਿਲੀ ਵਾਰ ਇਹਨਾਂ ਨੇ ਕੋਈ ਚੱਜ ਦੀ ਗੱਲ ਕੀਤੀ ਹੈ, ਪਰ ਉਹਦੇ ਵਿੱਚ ਵੀ ਪੋਲਿਟਿਕਸ ਖੇਡ ਗਏ ਨੇ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੋ ਇਹ ਕਹਿ ਰਹੇ ਨੇ ਕਿ ਸਿਰਫ ਇੱਕ ਮੀਡੀਆ ਹਾਊਸ ਦੇ ਕੋਲ ਇਹ ਨਹੀਂ ਹੋਣਾ ਚਾਹੀਦਾ, ਉਹ ਠੀਕ ਹੈ, ਪਰ ਉਸ ਚੀਜ਼ ਨੂੰ ਤੋੜ ਮਰੋੜ ਕੇ ਆਪਣੇ ਪੋਲੀਟੀਕਲ ਗੇਮਸ ਦੇ ਵਾਸਤੇ ਯੂਜ਼ ਕਰਨਾ, ਜੋ ਕਿ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ, ਇਹ ਮੇਰੇ ਖਿਆਲ ਬਿਲਕੁਲ ਠੀਕ ਨਹੀਂ ਹੈ। ਇਹ ਐਸਾ ਕਰਕੇ ਇਹ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ ਖੇਡ ਰਹੇ ਨੇ। ਚਲ ਅਰਸ਼ਪ੍ਰੀਤ ਸਿੰਘ ਖਡਿਆਲ, ਜੋ ਪੰਜਾਬ ਸਰਕਾਰ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਹਰਾਂ ਨੇ ਕਿਹਾ, ਜੋ ਉਹਨਾਂ ਨੇ ਪੂਰੇ ਦਸਤਾਵੇਜ਼ ਚੈੱਕ ਕੀਤੇ ਹੈ, ਲੀਗਲ ਪੁਆਇੰਟਸ ਹੈ ਜਿਹੜੇ ਉਹਨਾਂ ਨੂੰ ਦੇਖਿਆ, ਜੋ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਹੈ ਉਹਨਾਂ ਨੂੰ ਦੇਖਿਆ, ਉਹਦੇ ਆਧਾਰ ਤੇ ਉਹ ਕਹਿ ਰਹੇ ਨਾ ਸੋਧ ਕਰਨ ਜਾ ਰਹੇ ਹਾਂ ਅਸੀਂ। ਦੇਖੋ ਹੁਣ ਕਾਈਂਡਲੀ ਮੈਨੂੰ 1.5 ਮਿੰਟ ਅਨਇੰਟਰਪਟਡ ਦਿਓ। 1 ਮਿੰਟ ਲੈ ਲਿਓ, ਬੋਲੋ। ਭਗਵੰਤ ਮਾਨ ਸਾਹਿਬ ਦੇ 1.5 ਮਿੰਟ ਕਾਈਂਡਲੀ। ਭਗਵੰਤ ਮਾਨ ਸਾਹਿਬ ਦੇ ਪਹਿਲੇ ਵੀ ਬੜੇ ਬਿਆਨ ਆਏ ਹੈ ਜਿਹੜੇ ਬਹੁਤ ਫੈਕਟਸ ਦੇ ਤੱਥਾਂ ਦੇ ਆਧਾਰ ਤੇ ਹੁੰਦੇ ਹੈ। ਅਸੀਂ ਆ ਮੁਲਜ਼ਮ ਫੜ ਲਿਆ, ਸਿੱਧੂ ਮੂਸੇਵਾਲੇ ਦੇ ਕੇਸ ਅਬਰੋਡ ਫੜ ਲਿਆ, BMW ਦਾ ਯੂਨਿਟ ਆ ਰਿਹਾ ਹੈ, ਇਹ ਵੀ ਤੱਥਾਂ ਦੇ ਆਧਾਰ ਤੇ ਰਿਸਰਚ ਕਰਕੇ ਬੋਲਿਆ ਹੋਊਗਾ, ਲੇਕਿਨ ਬਾਅਦ ਚ ਪਤਾ ਲੱਗਾ ਕਿ ਇਹ ਸੱਚ ਨਹੀਂ ਸੀਗਾ। ਹੁਣ ਦੂਜੀ ਗੱਲ ਆਪਾਂ ਦੇਖੀਏ ਕਿ ਪ੍ਰੈਕਟੀਕਲ ਹੈ, ਇਹ ਪੋਸੀਬਲ ਹੈ ਅਮੈਂਡਮੈਂਟ ਕਰਨਾ ਜਾਂ ਪੋਸੀਬਲ ਨਹੀਂ, ਉਹ ਤੋਂ ਬਾਅਦ ਬਾਕੀ ਸਾਰੀਆਂ ਗੱਲਾਂ ਆਉਂਦੀਆਂ, ਕਿਉਂਕਿ ਜੇ ਹੋ ਹੀ ਨਹੀਂ ਸਕਦੀ ਇਹ ਚੀਜ਼ ਤਾਂ ਪ੍ਰੋਜ਼ ਐਂਡ ਕੌਨਸ ਤੇ ਜਾਣਾ ਇਜ਼ ਇਰਰੈਲੇਵੈਂਟ। ਪਹਿਲਾਂ ਆਪਾਂ ਦੇਖੀਏ ਵੀ ਇਹ ਪੋਸੀਬਲ ਹੈ। ਨੰਬਰ 1, ਇਹ ਸੈਂਟਰਲ ਐਕਟ ਹੈ, ਇਹ ਸਟੇਟ ਐਕਟ ਹੈ ਨਹੀਂ ਹੈ। ਜੇ ਸੈਂਟਰਲ ਐਕਟ ਹੋਵੇ ਤਾਂ ਸਟੇਟ ਅਮੈਂਡਮੈਂਟ ਕਰ ਹੀ ਨਹੀਂ ਸਕਦੀ, ਸਿਰਫ ਪਾਰਲੀਮੈਂਟ ਕੋਲੇ ਹੈ ਪਾਵਰ
ਅਮੈਂਡਮੈਂਟ ਕਰਨ ਦੀ। ਜਦੋਂ ਰਵਿੰਦਰ ਜੀ ਨੂੰ ਸਵਾਲ ਪੁੱਛਿਆ ਗਿਆ ਕਿ ਇਹ ਇੰਟਰਸਟੇਟ ਐਕਟ ਹੈ ਜਾਂ ਸਟੇਟ ਐਕਟ ਹੈ, ਕਹਿੰਦੇ ਜਦੋਂ ਸਟੇਟ ਦੀ ਗੱਲ ਹੋ ਰਹੀ ਹੋਵੇ ਤਾਂ ਉਹ ਸਟੇਟ ਐਕਟ ਹੋ ਜਾਂਦਾ ਹੈ, ਮਤਲਬ ਜੇ ਸਟੇਟ ਦੀ ਗੱਲ ਨਾ ਹੋ ਰਹੀ ਹੋਵੇ ਤਾਂ ਫਿਰ ਉਹ ਇੰਟਰਸਟੇਟ ਐਕਟ ਬਣ ਜਾਂਦਾ ਹੈ। ਇਹ ਕਿੱਦਾਂ ਦਾ ਤਰਕ ਹੈ, ਕਿੱਦਾਂ ਦਾ ਲੌਜਿਕ ਹੈ? ਆਮ ਆਦਮੀ ਪਾਰਟੀ ਆਪਣੀ ਆਪ ਹੀ ਜਾਣੇ। ਤੀਜੀ ਗੱਲ ਤੁਸੀਂ ਦੇਖੋ ਕਿ ਜਦੋਂ ਇੱਕ ਸੈਂਟਰਲ ਐਕਟ ਬਣਾਇਆ ਗਿਆ ਹੈ ਤੇ ਸਟੇਟ ਕੋਲੇ ਕੋਈ ਜੁਰਿਸਡਿਕਸ਼ਨ ਨਹੀਂ ਹੈ ਉਹਨੂੰ ਅਮੈਂਡ ਕਰਨ ਦੀ, ਸਟੇਟ ਕੀ ਕਰ ਸਕਦੀ ਹੈ? ਮਤਾ ਪਾਸ ਕਰਕੇ ਰეკਮੈਂਡੇਸ਼ਨ ਸੈਂਟਰ ਨੂੰ ਭੇਜ ਸਕਦੀ ਹੈ। ਸੈਂਟਰ ਉਹ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਕੰਸੀਡਰ ਕਰ ਸਕਦੀ ਹੈ ਅਮੈਂਡਮੈਂਟ ਕਰਨੀ ਹੈ ਕਿ ਨਹੀਂ, ਤੇ ਉਹ ਵੀ ਉਹ ਤੋਂ ਬਾਅਦ ਜੇ ਐਸਜੀਪੀਸੀ ਪ੍ਰਾਇਰ ਅਪਰੂਵਲ ਦਵੇ, ਕਿਉਂਕਿ 1959 ਦੇ ਵਿੱਚ ਅਪ੍ਰੈਲ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦੇ ਵਿੱਚ ਤੇ ਨਹਿਰੂ ਸਾਹਿਬ ਦੇ ਵਿੱਚ ਅਗਰੀਮੈਂਟ ਹੋਇਆ ਸੀ, ਪੈਕਟ ਹੋਇਆ ਸੀਗਾ। ਸੋ ਇੱਥੇ ਪਹਿਲੀ ਚੀਜ਼ ਦੇਖੀ ਆਪਾਂ, ਉਹ ਅਗਰੀਮੈਂਟ ਦੀ ਵਰਡਿੰਗ ਕੀ ਹੈ ਕਿ ਸੈਂਟਰ ਨੂੰ ਪਹਿਲਾਂ ਅਪਰੂਵਲ ਲੈਣੀ ਪੈਣੀ ਹੈ, ਪ੍ਰਾਇਰ ਅਪਰੂਵਲ। ਸੈਂਟਰ ਲਿਖਿਆ, ਸਟੇਟ ਸ਼ਬਦ ਦਾ ਜ਼ਿਕਰ ਨਹੀਂ ਹੈ, ਮਤਲਬ ਸੈਂਟਰ ਮੈਂਟ ਕਰ ਸਕਦਾ, ਸਟੇਟ ਕਰ ਹੀ ਨਹੀਂ ਸਕਦੀ। ਦੂਜੀ ਗੱਲ, ਅਪਰੂਵਲ ਪ੍ਰਾਇਰ ਹੋਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਕਹਿੰਦੀ ਅਸੀਂ ਕਰਨਾ ਹੈ ਅਸੀਂ ਕਰ ਸਕਦੇ ਹਾਂ, ਤਾਂ ਅਪਰੂਵਲ ਵੀ ਨਹੀਂ ਪੁੱਛਦਾ ਲਿਆ ਤੁਸੀਂ, ਇੱਕ ਪਾਸੇ ਨਹੀਂ ਦੋਵੇਂ ਪਾਸੇ ਗਲਤ ਹੋ। ਉਹ ਐਸਜੀਪੀ ਦੇ ਹਾਊਸ ਨੂੰ ਮਾਨਤਾ ਨਹੀਂ ਦੇ ਰਹੇ, ਕਹਿੰਦੇ ਮਾਨਤਾ ਨਹੀਂ ਹੈਗੀ ਉਹਨਾਂ ਕੋਲੇ, ਦੱਸੋ। ਦੇਖੋ ਆਮ ਆਦਮੀ ਪਾਰਟੀ ਦੇ ਕਹਿਣ ਨਾਲ ਜੇ ਹੁੰਦਾ ਤੇ ਮਤਲਬ ਫਿਰ ਤਾਂ ਇਹਨਾਂ ਨੇ ਪੰਜਾਬ ਨੂੰ ਬਦਲ ਹੀ ਦੇਣਾ ਸੀਗਾ, ਜਿਹੜੇ ਹਿਸਾਬ ਨਾਲ ਚੱਲ ਰਹੇ। ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਜੋ ਸੱਚਾਈ ਹੈ ਉਹ ਸੱਚਾਈ ਰਹੂਗੀ ਤੇ ਜੋ ਝੂਠ ਹੈ ਉਹ ਝੂਠ ਰਹੂਗਾ। ਪ੍ਰੋਬਲਮ ਇੱਥੇ ਪਤਾ KP ਕੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਅਪਰੂਵਲ ਕਿੱਥੇ ਹੈ, ਉਹਦਾ ਕੋਈ ਜਵਾਬ ਨਹੀਂ। ਚਲੋ ਮੈਂ ਪੁੱਛ ਲੈਣਾ, ਆਪਣੇ 3 ਮਿੰਟ ਹੋ ਗਏ ਹੁਣ, 1.5 ਮਿੰਟ ਤੋਂ 3 ਮਿੰਟ ਹੋ ਗਏ, ਇੱਕ ਮਿੰਟ ਰੁਕ ਜਾਓ ਨਾ ਖੜਿਆਲ ਸਾਹਿਬ, ਵਾਪਸ ਆ ਜਾਊਗਾ ਸਰ, ਵਾਪਸ ब्रेक ले लें दो सर, ब्रेक ले लें दो प्लीज, मैं आ रहा है वापस सर, एक छोटा ब्रेक तो वापस आवांगे। लाइव गुरबाणी तो गुरुद्वारा एक्ट तक दुविधा है कि उससे दुविधा ਨੂੰ दूर करने ਲਈ ਇਹ ਸਾਰੇ ਪੈਨਲਿਸਟ ਬੁਲਾਏ ਆ, ਵਾਪਸ ਆ ਰਹੇ ਆ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛਦੇ ਹਾਂ, ਗੁਰਬਾਣੀ ਪ੍ਰਸਾਰਣ ਨੂੰ ਆਧਾਰ ਬਣਾ ਕੇ ਗੁਰਦੁਆਰਾ ਐਕਟ ਮੁਤਲਕ ਪੰਜਾਬ ਸਰਕਾਰ ਦੇ ਐਲਾਨ ਤੇ ਕਮਸਾਨ ਕਿਉਂ? ਹਾਂ ਮਿਸਟਰ ਖੜਿਆਲ 30 ਸੈਕਿੰਡ ਆਪਣੀ ਗੱਲ ਪੂਰੀ ਕਰੋ ਫਟਾਫਟ। ਧੰਨਵਾਦ ਜੀ। ਦੇਖੋ ਆਮ ਆਦਮੀ ਪਾਰਟੀ ਦੀ ਇਹ ਵੀ ਆਦਤ ਹੈ, ਅੱਧੀ ਅਧੂਰੀ ਗੱਲ ਕਰਦੇ ਆ ਹਰ ਇੱਕ ਵਾਰ। ਪਹਿਲਾਂ ਵੀ ਭਗਵੰਤ ਮਾਨ ਸਾਹਿਬ ਨੇ ਦਾ ਜ਼ਿਕਰ ਕੀਤਾ ਸੀ, ਐਕਟਿਵ ਫੇਰ ਕਰ ਰਹੇ ਹੈ, ਲੇਕਿਨ ਇਹ ਇੰਪਲੀਮੈਂਟੇਸ਼ਨ ਦਾ ਜ਼ਿਕਰ ਹੀ ਨਹੀਂ ਕਰਦੇ ਕਿ ਕਿਵੇਂ ਹੋਊਗੀ। ਜਿਹੜੀ ਗੁਰਬਾਣੀ ਦੀ ਟੈਲੀਕਾਸਟ ਹੈ ਉਹ ਅਨਇੰਟਰਪਟਡ ਹੋਣੀ ਚਾਹੀਦੀ ਹੈ, ਕੋਈ ਉਹ ਤੇ ਜ਼ਿਕਰ ਹੋਇਆ? ਕੋਈ ਜ਼ਿਕਰ ਨਹੀਂ। ਕਿਵੇਂ ਇਨਸ਼ੋਰ ਕਰੋਗੇ? ਕੋਈ ਜ਼ਿਕਰ ਨਹੀਂ। ਤੁਸੀਂ ਕਿਵੇਂ ਮੇਕ ਸ਼ੋਰ ਕਰੋਗੇ ਕੋਈ ਐਸੀ ਐਡ ਨਾ ਆਵੇ, ਕੋਈ ਐਸੀ ਗੱਲ ਨਾ ਹੋਵੇ ਜਿਹਦੇ ਕਰਕੇ ਗੁਰਬਾਣੀ ਦੀ ਟੈਲੀਕਾਸਟ ਦੀ ਮਾਨ ਮਰਿਆਦਾ ਦੇ ਵਿੱਚ ਕੋਈ ਕਮੀ ਆਵੇ? ਕਿਵੇਂ ਇਨਸ਼ੋਰ ਕਰੋਗੇ ਤੁਸੀਂ? ਉਹਦਾ ਮਤਲਬ ਆਮ ਆਦਮੀ ਪਾਰਟੀ ਨਾ ਮਤਲਬ ਪਾਰਸ਼ੀਅਲ ਦੀਆਂ ਗੱਲਾਂ ਕਰਦੀ, ਅੱਧੀ ਅਧੂਰੀ ਗੱਲ ਕਰਦੀ ਹੈ। ਜਿਹੜੀ ਗੱਲ ਕਰਦੀ ਵੀ ਹੈ ਉੱਥੋਂ ਇਹ ਗੱਲ ਪਤਾ ਲੱਗ ਗਈ, ਜਾਂ ਤਾਂ ਆਮ ਆਦਮੀ ਪਾਰਟੀ ਨੂੰ ਪਤਾ ਹੀ ਨਹੀਂ ਹੈ ਕਿ ਇਹਨਾਂ ਦੀ ਜੁਰਿਸਡਿਕਸ਼ਨ ਕੀ ਹੈ ਕੀ ਨਹੀਂ, ਇਨਕੰਪੀਟੈਂਸ ਤੇ ਇਨਐਕਸਪੀਰੀਅੰਸ ਚੱਲਦੀ ਹੈ, ਜਾਂ ਫਿਰ ਆਮ ਆਦਮੀ ਪਾਰਟੀ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਅਸੀਂ ਕਰ ਨਹੀਂ ਸਕਦੇ, ਸਿਰਫ ਬੋਲ ਰਹੇ ਇਹਦੇ ਬਾਰੇ ਤਾਂ ਕਿ ਬਰਾਊਨੀ ਪੁਆਇੰਟਸ ਅਰਨ ਕਰ ਸਕਣ। ਚਲੋ ਆਪਾਂ ਪਤਾ ਕਰ ਲਈਏ ਬਰਾਊਨੀ ਪੁਆਇੰਟ ਹੈ ਕੀ ਹੈ ਜਾਂ ਨਹੀਂ। ਇੱਕ ਮਿੰਟ ਰੁਕ ਜਾਓ ਖੜਿਆਲ ਸਾਹਿਬ। ਮਿਸਟਰ ਰਵਿੰਦਰ ਸਿੰਘ, ਕਾਂਗਰਸ ਦਾ ਸਵਾਲ ਹੈ, ਐਸਜੀਪੀਸੀ ਤੋਂ ਅਪਰੂਵਲ ਲਈ ਪਹਿਲਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਤੁਸੀਂ ਐਕਟ ਵਿੱਚ ਕੋਈ ਸੋਧ ਕਰਨੀ ਹੈ। ਰਵਿੰਦਰ ਸਿੰਘ, ਆਵਾਜ਼ ਨਹੀਂ ਆ ਰਹੀ। ਰਵਿੰਦਰ ਸਿੰਘ, ਤੁਸੀਂ ਆਪਣੀ ਆਵਾਜ਼ ਆਪ ਹੀ ਬੰਦ ਕੀਤੀ ਮੈਨੂੰ ਲੱਗਦਾ। ਸਰ ਤੁਸੀਂ ਕਰ ਦਿੰਦੇ ਹੋ ਸਾਡੀ ਆਵਾਜ਼? ਅਸੀਂ ਸਰ ਕਿਸੇ ਦੀ ਆਵਾਜ਼ ਬੰਦ ਨਹੀਂ ਕਰਦੇ ਸਰ, ਸਾਡੇ ਕੋਲ ਕਿਹੜੇ ਅਧਿਕਾਰ ਹੈ? ਸਾਨੂੰ ਸੰਵਿਧਾਨ ਅਧਿਕਾਰ ਦਿੰਦਾ। ਬੋਲੋ ਪਲੀਜ਼। ਮਾਮਲੇ ਦੇ ਵਿੱਚ, ਇਸ ਸਾਰੇ ਮਾਮਲੇ ਦੇ ਵਿੱਚ ਚਲੋ ਜੈਬੰਸ ਜੀ ਵੀ, ਆਪਣਾ ਧਾਰਮਿਕ ਸਾਹਿਬ ਵੀ, ਜਿਹੜੇ ਸਾਡੇ ਸਰ ਰਹਿੰਦੇ, ਸਾਰਿਆਂ ਨੇ ਜਿਹੜੀ ਟੈਕਨੀਕੈਲਿਟੀ ਦੀ ਗੱਲ ਕੀਤੀ ਹੈ ਕਿ ਇਹ ਚੀਜ਼ ਹੋ ਸਕਦੀ ਹੈ ਨਹੀਂ ਹੋ ਸਕਦੀ, ਠੀਕ ਹੈ, देयर इज अ रूल ऑफ लॉ, ਆਪਾਂ ਨੂੰ ਦੇ ਹਿਸਾਬ ਨਾਲ ਚੱਲਣਾ ਪਊਗਾ। ਦੈਟ ਇਜ਼ ਦਾ ਓਨਲੀ ਰੀਜ਼ਨ ਕਿ ਅਸੀਂ ਉੱਤੇ ਸੁਪਰੀਮ ਕੋਰਟ ਦੀ ਜਜਮੈਂਟਸ ਨਸ਼ਰ ਕੀਤੀਆਂ, ਜਿਹੜਾ ਸਾਡਾ ਰੀਆਰਗੇਨਾਈਜੇਸ਼ਨ ਐਕਟ ਦੀ ਧਾਰਮਿਕ ਸਾਹਿਬ। ਰਵਿੰਦਰ ਸਿੰਘ ਇੱਕ ਮਿੰਟ ਸਰ, ਇੱਕ ਮਿੰਟ ਆਪਾਂ ਇਸ਼ੂ ਤੇ ਰਹੀਏ ਸਰ, ਇਸ਼ੂ ਤੇ ਰਹੀਏ ਸਰ, ਆਪਾਂ ਇੱਕ ਮਿੰਟ ਸਰ। ਰਵਿੰਦਰ ਸਿੰਘ, ਆਪਾਂ ਗੋਲ ਮੋਲ ਬਹੁਤ ਘੁੰਮਦੇ ਸਰ, ਇੱਕ ਮਿੰਟ ਸਰ ਰੁਕ ਜਾਓ ਸਰ। ਰਵਿੰਦਰ ਸਿੰਘ ਜੀ ਰੁਕ ਜਾਓ ਸਰ, ਮੈਂ ਸਰ ਰੋਕ ਰਿਹਾ ਸਰ, ਤੁਹਾਨੂੰ ਰੋਕ ਰਿਹਾ। ਰਵਿੰਦਰ ਸਿੰਘ ਜੀ ਰੁਕ ਜਾਓ। ਰਵਿੰਦਰ ਸਿੰਘ ਜੀ ਸਰ ਰੋਕ ਰਿਹਾ ਸਰ ਮੈਂ। ਰਵਿੰਦਰ ਸਿੰਘ ਜੀ ਇੱਕ ਮਿੰਟ ਸਰ ਸੁਣ ਲਓ। ਰਵਿੰਦਰ ਸਿੰਘ ਜੀ ਸਰ ਸੁਣ ਲਓ ਸਰ, ਸੁਣ ਲਓ। ਇਦਾਂ ਡਿਬੇਟ ਤੁਰਨੀ ਨਹੀਂ ਸਰ, ਸੁਣ ਲਓ ਸਰ। ਰਵਿੰਦਰ ਸਿੰਘ, ਮੈਂ ਸਵਾਲ ਇਹ ਕਰ ਰਿਹਾ ਐਸਜੀਪੀਸੀ ਦੀ। ਇੱਕ ਮਿੰਟ ਸਰ ਸੁਣ ਤਾਂ ਲਓ ਨਾ ਸਰ, ਸੁਣ ਲਓ। ਰਵਿੰਦਰ ਸਿੰਘ ਜੀ ਸਰ ਸੁਣ ਲਓ। ਰਵਿੰਦਰ ਸਿੰਘ ਜੀ ਸਰ ਸੁਣ ਲਓ ਸਰ, ਸਵਾਲਾਂ ਦੇ ਜਵਾਬ, ਜੇ ਸਵਾਲਾਂ ਜਵਾਬ ਨਹੀਂ ਆਗੇ ਸਰ ਦੱਸ ਦਿਓ।
नहीं अगर जवाब ना दो ना सर कोई दिक्कत नहीं। केपीजी को ही कह रहे हैं सर रविंदर सिंह जी आप टाइम वेस्ट कर रहे हैं सर, आप टाइम वेस्ट कर रहे हैं सर। एक मिनट रुक जाओ फिर सर, रुक जाओ सर, फिर रुक जाओ, नहीं तो तुम जवाब देना, रुक जाओ सर गुरतेज सिंह जी सर, एक मिनट सर रुक जाओ, तुम जवाब ही दे रहे सर, जो तो रोक रहे सर, तुम रोक दे क्यों नहीं पाए सर रविंदर सिंह जी, तुम रोक क्यों नहीं रहे सर? एक मिनट सर रुक जाओ सर, इतना डिबेट नहीं चलती सर, रुक जाओ सर एक मिनट। जवाब दे सकते हो जे मैं सवाल करा था, नहीं तो मैं अगले पैनलिस्ट ਨੂੰ ਪੁੱਛ ਲਵਾਂ। ਤੁਸੀਂ ਮੈਨੂੰ ਬੋਲਣ ਹੀ ਨਹੀਂ ਦੇ ਸਰ ਮੈਂ ਪੁੱਛ ਰਿਹਾ ਨਾ ਸਵਾਲ, ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ ਸਰ। ਆਪਾਂ ਗੋਲਮੋਲ ਘੁੰਮੀ ਜਾਂਦੇ, ਤੁਸੀਂ ਕਹਿ ਦਿਓ ਨਾ, ਤੁਸੀਂ ਕਹਿ ਦਿਓ ਇਹ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਹੈਗਾ, ਮੈਂ ਹੋਰ ਸਵਾਲ ਦਾ ਜਵਾਬ ਦੇਣਾ, ਦੇ ਦਿਓ ਸਰ, ਮੈਨੂੰ ਕੋਈ ਦਿੱਕਤ ਮੈਂ ਨਹੀਂ। ਤਾਂ ਕਹਿ ਦਿਆ ਹਾਂ ਮੈਂ ਸਵਾਲ ਕਰ ਰਿਹਾ ਸਰ, ਸੁਣ ਲਓ ਫਿਰ ਸਵਾਲ। ਰਵਿੰਦਰ ਸਿੰਘ ਸਵਾਲ ਸੁਣ ਲਓ, ਰਵਿੰਦਰ ਸਿੰਘ ਸਵਾਲ ਸੁਣ ਲਓ ਸਰ। ਕਿਉਂ ਨਹੀਂ ਗੱਲ ਕਰ ਰਹੇ ਸਰ ਸਵਾਲ ਸੁਣ ਲਓ ਸਰ। ਪਰਿਵਾਰ ਨੇ ਇੱਕ ਪਾਰਟਿਕੂਲਰ ਚੈਨਲ ਨੂੰ ਕਿਉਂ ਦੇ ਦਿੱਤਾ ਸਰ ਪਰਿਵਾਰ ਨੇ ਦਿੱਤਾ ਸਰ, ਤੁਸੀਂ ਜਾਓ ਕੋਰਟ ਜੋ ਮਰਜ਼ੀ ਕਰੋ ਸਰ, ਜੋ ਮਰਜ਼ੀ ਕਰੋ ਸਰ, ਜੋ ਮਰਜ਼ੀ ਕਰੋ ਸਰ। ਮੇਰਾ ਸਵਾਲ ਸੁਣ ਲਓ ਸਰ ਰਵਿੰਦਰ ਸਿੰਘ, ਮੈਂ ਸਵਾਲ ਇਹ ਕਰ ਰਿਹਾ ਐਸਜੀਪੀਸੀ ਦੀ ਪਹਿਲਾਂ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਜਾਂ ਨਹੀਂ ਸਰ? ਮੈਂ ਕਹਿੰਦਾ ਜੀ ਇਹ ਟੈਕਨੀਕਲ ਮਾਮਲਾ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅਪਰੂਵਲ ਲੈਣੀ ਹੈ, ਅਸੀਂ ਨਹੀਂ ਲਿੱਤੀ ਅਪਰੂਵਲ ਫॉर ਇੰਸਟੈਂਸ। ਪਰ ਇਸ ਗੱਲ ਦੇ ਉੱਪਰ ਗੱਲ ਕਿਉਂ ਨਹੀਂ ਹੋ ਰਹੀ, ਇਸ ਗੱਲ ਦੇ ਉੱਪਰ ਗੱਲ ਕਿਉਂ ਨਹੀਂ ਹੋ ਰਹੀ ਸਰ ਤੁਹਾਡੇ ਮੁਤਾਬਕ ਥੋੜੀ ਮੈਂ ਗੱਲ ਕਰੂੰਗਾ ਸਰ, ਚੈਨਲ ਨੂੰ ਸਾਰਾ ਕੁਝ ਪੜਾ ਦਿਆ ਗੁਰਬਾਣੀ ਦਾ, ਤੇ ਜਦੋਂ ਉਹਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਗਲਤ ਹੈ ਸਰ। ਮੈਂ ਕਹਿ ਰਿਹਾ ਬਿਲਕੁਲ ਗਲਤ ਹੈ ਸਰ, ਇੱਕ ਪਰਿਵਾਰ ਨੂੰ ਦੇਤਾ, ਇੱਕ ਚੈਨਲ ਦੇਤਾ, ਬਿਲਕੁਲ ਗਲਤ ਹੈ। ਮੈਂ ਤੁਹਾਡੇ ਨਾਲ ਖੜਾ, ਹੋਰ ਦੱਸੋ ਧਾਰੀ ਸਾਹਿਬ ਤੁਸੀਂ ਇੱਕ ਚੈਨਲ ਤੋਂ ਜਿੰਦੇ ਕਰਕੇ ਸਾਰਾ ਸਰਕਾਰ ਵੀ ਔਖੀ ਹੈ, ਹੋਰ ਜਿਹੜੀਆਂ ਜਥੇਬੰਦੀਆਂ ਉਹ ਔਖੀਆਂ, ਤੁਸੀਂ ਉਹ ਤੋਂ ਸਰੈਂਡਰ ਕਿਉਂ ਨਹੀਂ ਕਰਵਾਉਂਦੇ ਸਰ? ਉਹ ਸਮਾਪਤੀ ਹੋ ਰਹੀ ਜੁਲਾਈ 'ਚ, ਸਰੈਂਡਰ ਕਰਾ ਦਿਓ ਪਹਿਲਾਂ, ਕੀ ਦਿੱਕਤ ਹੈ? ਨਹੀਂ ਦੇਖੋ ਮੈਂ ਦੱਸਦਾ ਜੀ ਕਿ ਹਰ ਇੱਕ ਨੂੰ ਹੱਕ ਹੈਗਾ ਕਿ ਆਪਣੇ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੈਗੇ, ਜਿਵੇਂ ਬੰਗਲਾ ਸਾਹਿਬ ਦੇ ਵਿੱਚ ਟੈਲੀਕਾਸਟ ਹੁੰਦਾ ਹੈਗਾ, ਪਟਨਾ ਸਾਹਿਬ ਤੋਂ ਹੁੰਦਾ ਹੈ, ਹਜੂਰ ਸਾਹਿਬ ਤੋਂ ਹੁੰਦਾ ਹੈ, ਈਵਨ ਵੈਸ਼ਨੂ ਦੇਵੀ ਤੋਂ ਹੁੰਦਾ ਹੈਗਾ ਜੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਇੱਕ ਸਿਰਫ ਹਰਮੰਦਰ ਸਾਹਿਬ ਦੇ ਵਿੱਚ ਕਿਉਂਕਿ ਪੀਟੀਸੀ ਕਰਦਾ, ਕਿਤੇ ਜਿਹੜਾ ਹੈਗਾ ਚੜ੍ਹਦੀ ਕਲਾ ਟਾਈਮ ਟੀਵੀ ਕਰਦਾ, ਕਿਤੇ ਜਿਹੜਾ ਹੈਗਾ MH1 ਕਰਦਾ ਹੈਗਾ, ਔਰ ਇਹ ਜਿਹੜੇ GTV ਵਾਲੇ ਆ ਇਹ ਵੀ ਕਰਦੇ ਰਹੇ ਹੈਗੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਇਹਨਾਂ ਚੀਜ਼ਾਂ ਵਾਸਤੇ ਜਿਹੜਾ ਹੈਗਾ ਇੱਕ ਟਾਈਮ ਲੱਗਦਾ ਹੈ, ਇਸ ਤਰ੍ਹਾਂ ਦੇ ਇੰਸਟਰੂਮੈਂਟ ਲਿਆਉਣ ਵਾਸਤੇ ਇੱਕ ਟਾਈਮ ਲੱਗਦਾ, ਤਾਂ ਕਿ ਜੇ ਪ੍ਰੋਪਰ ਦੇਖੋ ਇੱਕ ਗੱਲ ਕਹਿਣੀ ਪਏਗੀ। ਇਹ ਠੀਕ ਹੈ ਕਿ ਸਾਰੇ ਚੈਨਲਾਂ ਦੀ ਇੱਕ ਦੂਸਰੇ ਨਾਲ ਹੈਗੀ ਆ, ਇੱਕੋ ਚੈਨਲ ਹੈਗਾ ਜਿਹੜੇ ਕੋਲ 360 ਤੇ ਜਿਹੜਾ ਹੈਗਾ ਇਸ ਚੈਨਲ ਦੇ ਰਾਹੀਂ ਜਿਹੜਾ ਹੈਗਾ, ਔਰ ਇਹ ਕਿਸੇ ਧਾਰੀ ਸਾਹਿਬ ਹੋ ਸਕਦਾ ਤੁਸੀਂ ਟੈਕਨੀਕਲੀ ਸਹੀ ਕਹਿ ਰਹੇ ਹੋ ਸਰ, ਪਰ ਧਾਰੀ ਸਾਹਿਬ ਇੱਕ ਮਿੰਟ ਸਰ ਸੁਣ ਤਾਂ ਲਓ ਨਾ। ਧਾਰੀ ਸਾਹਿਬ ਜਥੇਦਾਰ ਸਾਹਿਬ ਨੇ ਗਲਤ ਕਹਿਤਾ ਸੀਗਾ ਐਸਜੀਪੀਸੀ ਆਪਣਾ ਚੈਨਲ ਲਾਵੇ? ਨਹੀਂ ਬਿਲਕੁਲ ਲਾਵਾਂਗੇ ਜੀ, ਬਿਲਕੁਲ ਲਾਵਾਂਗੇ। ਮੀਡੀਆ ਹਾਊਸਸ ਨੂੰ ਨਹੀਂ ਪਤਾ ਸੀ, ਜਥੇਦਾਰ ਸਾਹਿਬ ਨੂੰ ਨਹੀਂ ਪਤਾ ਸੀ ਜੋ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਸੀ? ਦੇਖੋ ਮੈਂ ਕਹਿੰਦਾ ਜੀ ਬਿਲਕੁਲ ਲਾਉਣਾ ਚਾਹੀਦਾ, ਮੈਂ ਇਸ ਗੱਲ ਤੋਂ ਪਰੇ ਨਹੀਂ ਜਾਂਦਾ ਹੈਗਾ। ਮੈਂ ਕਹਿੰਦਾ ਵੀ ਇੱਕ ਜਿਹੜੀ ਮੋਰੀ ਕੱਢੀ ਜਾ ਰਹੀ ਹੈ ਨਾ, ਇਹ ਜਿਹੜੀ ਹੈਗੀ ਆ ਸਿੱਖ ਧਰਮ ਲਈ ਬਹੁਤ ਖਤਰਨਾਕ ਹੈ। ਸਾਰੇ ਇਸ ਗੱਲ ਤੋਂ ਤੁਸੀਂ ਕਹਿ ਰਹੇ ਪਰੇ ਨਹੀਂ ਜਾ ਰਹੇ, ਜਿਹੜੇ ਜਥੇਦਾਰ ਸਾਹਿਬ ਨੇ ਕਿਹਾ ਤੁਸੀਂ ਉਹਨਾਂ ਨੂੰ ਪਰੇ ਕਰਤਾ? ਬਿਲਕੁਲ ਨਹੀਂ, ਅਸੀਂ ਪਰੇ ਕਰਨ ਵਾਲੀ ਗੱਲ ਹੈਗੀ। ਉਹ ਪਹਿਲਾਂ ਵੀ ਜਿਹੜਾ ਹੈਗਾ ਐਕਟਿੰਗ ਹੀ ਸੀ, ਔਰ ਐਕਟਿੰਗ ਤੋਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜੀ ਥਾਂ ਤੇ ਹੈਗੇ ਉੱਥੇ, ਔਰ ਜਿਹੜੀ ਚੱਲ ਰਹੀ ਸੀ ਖਾਲੀ ਵੇਕੈਂਡ ਚੱਲ ਰਹੀ ਸੀ ਉਸ ਦੀ ਥਾਂ ਤੇ ਹੋਰ ਚਲੋ ਠੀਕ ਹੈ ਧਾਰੀ ਸਾਹਿਬ ਇੱਕ ਮਿੰਟ ਆ ਰਿਹਾ ਧਾਰੀ ਸਾਹਿਬ, ਇੱਕ ਮਿੰਟ ਆ ਜਾ ਨਾ ਧਾਰੀ ਸਾਹਿਬ, ਤੁਸੀਂ ਤਾਂ ਬਹੁਤ ਸਿਆਣੇ ਹੋ ਸਰ, ਤੁਸੀਂ ਤਾਂ ਗੱਲ ਸੁਣ ਲੈਂਦੇ ਹੋ ਸਰ, ਤੁਸੀਂ ਤਾਂ ਗੱਲ ਸੁਣ ਲੈਂਦੇ ਹੋ ਧਾਰੀ ਸਾਹਿਬ, ਸੁਣ ਲਓ ਨਾ ਅੱਜ ਵੀ ਸੁਣ ਲਓ। ਮੈਂ ਆ ਰਿਹਾ ਤੁਸੀਂ ਬੜੇ ਸਿਆਣੇ ਹੋ ਸਰ। ਕਰਨਲ ਜੈਬੰਦ ਸਿੰਘ ਇਹ ਬੀਜੇਪੀ ਦੇ ਵੈਸੇ ਐਮਐਲਏ ਤਾਂ ਬਹੁਤ ਥੋੜੇ ਆ ਸਰ ਵਿਧਾਨ ਸਭਾ ਦੇ ਵਿੱਚ, ਪਰ ਤੁਸੀਂ ਤਾਂ ਬਾਈਕਾਟ ਕਰਕੇ ਸੈਸ਼ਨ ਦਾ, ਕਿ ਤੁਸੀਂ ਇੱਕ ਪਾਸ ਦੇ ਕੇ ਖੇਡਦੇ ਪਏ ਹੋ? ਕਰਨਲ ਜੈਬੰਦ ਸਿੰਘ ਇਹ ਚਰਚਾ ਚੱਲਦੀ ਵੀ ਸਰ, ਮੈਂ ਸਵਾਲ ਤਾਂ ਕਰ ਰਿਹਾ। ਨਹੀਂ ਇਹਦੇ ਚ ਮਤਲਬ ਕੀ ਹੈ, ਮੈਂ ਤੁਹਾਨੂੰ ਕਹਿਤਾ ਹੈ ਕਿ ਅਸੀਂ ਇਹ ਮੰਨਦੇ ਹਾਂ ਕਿ ਇੱਕ ਪੀਟੀਸੀ ਦੇ ਕੋਲ ਉੱਥੋਂ ਦੀਆਂ ਰਾਈਟਸ ਨਹੀਂ ਹੋਣੀਆਂ ਚਾਹੀਦੀਆਂ, ਇਹ ਤੇ ਸਾਰੇ ਹੀ ਮੰਨਦੇ ਆ, ਤੇ ਇਹ ਇੱਕ ਸੋਸ਼ਲ ਮੁੱਦਾ ਹੈ। ਪਰ ਜਿਸ ਤਰੀਕੇ ਨਾਲ ਇਹਨੂੰ ਪੋਲਿਟਿਸਾਈਜ਼ ਕਰ ਰਹੇ ਨੇ, ਹੁਣ KP ਸਿੰਘ ਜੀ ਮੈਨੂੰ ਟਾਈਮ ਦੇ ਦਿਓ ਇੱਕ ਸੈਕਿੰਡ, ਕਿਉਂਕਿ ਮੈਂ ਪਿਛਲੀ ਵਾਰੀ ਘੱਟ ਬੋਲਿਆ। ਬੋਲੋ ਸਰ ਬੋਲੋ। ਹੁਣ ਇਹ ਤੇ ਇੱਕ ਚੀਜ਼ ਇੱਥੇ ਬਿਲਕੁਲ ਸੈੱਟ ਹੋ ਗਈ ਹੈ, ਸਾਰਿਆਂ ਨੇ ਦੱਸ ਦਿੱਤਾ ਲੀਗਲੀ ਕਿ ਜੋ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ ਇਹ ਨਹੀਂ ਕਰ ਸਕਦੀ ਹੈ। ਆਮ ਆਦਮੀ ਪਾਰਟੀ ਨੇ ਬੜੇ ਤਰੀਕੇ ਦੇ ਨਾਲ ਇਹਨੂੰ ਪੇਸ਼ ਕੀਤਾ, ਕਿਉਂਕਿ ਭਗਵੰਤ ਮਾਨ ਜੀ ਵਰਡਸ ਨੂੰ ਤੋੜ ਮਰੋੜ ਦਿੰਦੇ ਨੇ। ਉਹਨਾਂ ਨੇ ਐਕਚੁਅਲੀ ਕਿਹਾ ਸੀਗਾ ਪਹਿਲੇ ਕਿ ਅਸੀਂ ਰੈਜ਼ੋਲੂਸ਼ਨ ਪਾਸ ਕਰਾਂਗੇ, ਤੇ ਰੈਜ਼ੋਲੂਸ਼ਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੇ ਮੈਨੂੰ ਇਸ ਚੀਜ਼ ਦੀ ਬੜੀ ਅਮੇਜ਼ਮੈਂਟ ਹੁੰਦੀ ਹੈ ਕਿ ਕਿੱਦਾਂ ਬਾਏ ਦ ਟਾਈਮ ਇਟ ਰੀਚ ਦ ਨਿਊਜ਼ਪੇਪਰ, ਹੁਣ ਹਿੰਦੂ ਨਿਊਜ਼ਪੇਪਰ ਤੇ ਬੜੇ ਸਾਰੇ ਨਿਊਜ਼ਪੇਪਰ ਦੇ ਵਿੱਚ ਆਇਆ ਪੰਜਾਬ ਗਵਰਨਮੈਂਟ ਟੂ ਇੰਟਰੋਡਿਊਸ ਸਿੱਖ ਗੁਰਦੁਆਰਾ ਐਕਟ ਅਮੈਂਡਮੈਂਟ ਫॉर ਗੁਰਬਾਣੀ।
ਇਹ ਇੱਥੇ ਪ੍ਰੂਵ ਹੋ ਗਿਆ ਲੀਗਲੀ। ਅਰਸ਼ਪ੍ਰੀਤ ਜੀ ਨੇ ਕਹਿਤਾ, ਮੈਂ ਵੀ ਜਾਣਨਾ ਕਿ ਇਹ ਕਿਸੇ ਤਰੀਕੇ ਦੀ ਉੱਥੇ ਅਮੈਂਡਮੈਂਟ ਨਹੀਂ ਲੈ ਕੇ ਆ ਸਕਦੇ, ਅਸੀਂ ਇਹ ਗੱਲ ਲੈ ਕੇ ਚੱਲੀਏ। ਸੋ ਇਹਨਾਂ ਨੇ ਕੀਤਾ ਕਿਉਂ ਹੈ? ਹੁਣ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਭਗਵੰਤ ਮਾਨ ਜੀ ਕੁਝ ਕਹਿ ਦਿੰਦੇ ਨੇ ਉਹ ਆਪਣੇ ਪੋਲੀਟੀਕਲ ਰੀਜ਼ਨਸ ਵਾਸਤੇ, ਤੇ ਫਿਰ ਇੱਥੇ ਡਿਫੈਂਡ ਕਰਨ ਵਾਸਤੇ ਰਵਿੰਦਰ ਜੀ ਨੂੰ ਭੇਜ ਦਿੰਦੇ ਨੇ। ਫਿਰ ਰਵਿੰਦਰ ਜੀ ਕੋਲੋਂ ਡਿਫੈਂਡ ਨਹੀਂ ਹੁੰਦਾ, ਫਿਰ ਉਹ ਥੋੜਾ ਜਿਹਾ ਫਰਸਟ੍ਰੇਟ ਹੋ ਜਾਂਦੇ ਨੇ, ਡਿਫੈਂਸਿਵ ਹੋ ਜਾਂਦੇ ਨੇ। ਤੁਸੀਂ ਇਹਨਾਂ ਦਾ ਪੈਟਰਨ ਦੇਖੋ, ਜਾਂ ਫਿਰ ਇਹ ਇੱਕ ਵਾਰ ਇਹ ਗਵਰਨਰ ਦੇ ਉੱਤੇ ਅਟੈਕ ਕਰ ਦੇਣਗੇ ਜਿਹੜਾ ਅਰਸ਼ਪ੍ਰੀਤ ਜੀ ਕਹਿ ਰਹੇ ਸੀ, ਫਿਰ ਕਿਸੇ ਨੂੰ ਅਰੈਸਟ ਕਰ ਲੈਣਗੇ, ਫਿਰ ਸੈਂਟਰ ਦੇ ਨਾਲ ਇਹਨਾਂ ਦੀ ਪ੍ਰੋਬਲਮ ਪੈ ਜਾਂਦੀ ਹੈ। ਹੁਣ ਗੁਰਦੁਆਰੇ ਦੀ ਪ੍ਰੋਬਲਮ ਲੈ ਕੇ ਆ ਗਏ ਨੇ। ਮਤਲਬ ਸਾਰਾ ਟਾਈਮ ਲੋਕਾਂ ਦਾ ਜਿਹੜਾ ਦਿਮਾਗ ਹੈ ਉਹਨੂੰ ਦੂਸਰੇ ਪਾਸੇ ਲਗਾਉਣ ਵਾਸਤੇ। ਤੇ ਫ੍ਰੀ ਦਾ ਮਤਲਬ ਕੀ ਹੈ? ਜਿਹੜਾ ਉਹਨਾਂ ਨੇ ਕਿਹਾ ਸੀਗਾ ਫ੍ਰੀ ਟੂ 에ਅਰ, ਤੇ ਰਵਿੰਦਰ ਜੀ ਨੇ ਹੁਣ ਕਿਹਾ ਉਹ ਮੁਫਤ ਕਰ ਦੇਵਾਂਗੇ। ਪਹਿਲੇ ਕਿਹੜਾ ਕੋਈ ਟੈਕਸ ਦੇ ਰਿਹਾ ਉਹਦੇ ਉੱਤੇ ਕਿ ਉਹਨੂੰ ਇਹਨਾਂ ਨੇ ਫ੍ਰੀ ਕਰ ਦੇਣਾ। ਸੋ ਇਹਨਾਂ ਦੀ ਜਿਹੜੀ ਵਰਡਸ ਦੀ ਜਿਹੜੀ ਇਹਨਾਂ ਦੀ ਯੂਜ਼ ਹੁੰਦੀ ਹੈ ਨਾ, ਤੇ ਜਿਹੜੇ ਤਰੀਕੇ ਨਾਲ ਇਹ ਗੱਲ ਨੂੰ ਮੈਨੀਪੂਲੇਟ ਕਰਦੇ ਨੇ, ਜਿਹੜੇ ਤਰੀਕੇ ਨੂੰ ਇਸ ਗੱਲ ਨੂੰ ਵੀ ਇਹ ਮੈਨੀਪੂਲੇਟ ਕਰ ਰਹੇ ਨੇ, ਉਹ ਬਿਲਕੁਲ ਗਲਤ ਹੈ। ਤੇ ਮੈਂ ਧਾਰਮੀ ਸਾਹਿਬ ਦੇ ਨਾਲ ਬਿਲਕੁਲ ਇਹ ਮੰਨਣਾ ਕਿ ਟੂ ਪਲੇ ਵਿਦ ਸਮਬਡੀਜ਼ ਰਿਲੀਜਨ ਇਜ਼ ਵੈਰੀ ਵੈਰੀ ਡੇਂਜਰਸ ਇਨ ਪੰਜਾਬ। ਐਸੀਆਂ ਚੀਜ਼ਾਂ ਕਰਕੇ ਇਹ ਪੰਜਾਬ ਦੀ ਸੁਸਾਇਟੀ ਦੇ ਵਿੱਚ ਡਿਵਾਈਡ ਹੀ ਨਾ ਲੈ ਆਉਣ। ਇਹਨਾਂ ਨੂੰ ਬੜਾ ਸੋਚ ਸਮਝ ਕੇ ਕਦਮ ਰੱਖਣੇ ਚਾਹੀਦੇ। ਚਲੋ ਗੁਰਤੇਜ ਸਿੰਘ ਜੀ, ਤਾਂ ਲੱਗਦਾ ਕਿ ਸਿੱਖ ਭਾਈਚਾਰਾ ਇਸ ਪੂਰੇ ਮੁੱਦੇ ਦੇ ਉੱਤੇ ਕੁਝ ਸਰਕਾਰ ਦੇ ਨਾਲ ਖੜ ਜੂਗਾ, ਕੁਝ ਸ਼੍ਰੋਮਣੀ ਕਮੇਟੀ ਦੇ ਨਾਲ ਖੜ ਜੂਗਾ, ਕੁਝ ਕਿਤੇ ਹੋਰ ਪਾਸੇ ਖੜੂਗਾ, ਤਾਂ ਉਹਨਾਂ ਨੂੰ ਲੱਗਦਾ ਕਿ ਇਹੋ ਜਿਹਾ ਟਕਰਾਅ ਹੋ ਸਕਦਾ ਜਿਹੋ ਜਿਹਾ ਖਦਸ਼ਾ ਮਿਸਟਰ ਜੈਵਸ ਜਤਾ ਰਹੇ ਆ? ਇਸ ਟਕਰਾਅ ਦੀ ਤਾਂ ਬਹੁਤ ਹੀ ਸੰਭਾਵਨਾ ਨਹੀਂ, ਲੇਕਿਨ ਜਿਹੜਾ ਇਹ ਮੁੱਦਾ ਇਹਨਾਂ ਨੇ ਲਿਆ ਹੈ ਇਹ ਸਿੱਖਾਂ ਦੇ ਵਿੱਚ ਬਹੁਤ ਪਪੂਲਰ ਹੈ ਔਰ ਇਸ ਨੂੰ ਇਹਨਾਂ ਨੂੰ ਡਿਫਿਊਜ਼ ਕਰਨਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਧਾਰਮੀ ਸਾਹਿਬ ਨੂੰ ਸੁਜੈਸਟ ਕੀਤਾ ਹੈ। ਦੂਸਰੀ ਗੱਲ ਇਹ ਹੈਗੀ ਕਿ ਇਹਨਾਂ ਕੋਲੇ ਜਿਹੜੇ ਇਹ ਕਰ ਰਹੇ ਨੇ ਅਮੈਂਡਮੈਂਟ, ਇਹਨਾਂ ਕੋਲੇ ਕੋਈ ਮੈਂਡੇਟ ਹੈ ਨਹੀਂ ਲੋਕਾਂ ਦਾ। ਤੀਸਰੀ ਗੱਲ ਇਹ ਹੈਗੀ ਕਿ ਜਿਹੜਾ ਸਿੱਖ ਵੋਟਰ ਆਉਣਗੇ, ਤੇ ਜਿਸ ਤਰ੍ਹਾਂ ਦਾ ਇਹਨਾਂ ਦਾ ਬਹੁਤੇ ਲੋਕਾਂ ਦਾ ਸਰੂਪ ਹੈ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਦਾ ਤਾਂ ਵੋਟਰ ਵੀ ਨਹੀਂ ਬਣ ਸਕਦੇ ਗੁਰਦੁਆਰੇ ਵਾਸਤੇ, ਗੁਰਦੁਆਰਾ ਵੋਟਿੰਗ ਵਾਸਤੇ। ਤਾਂ ਇਹ ਇੱਕ ਬਾਹਰ ਦਾ ਦਖਲ ਇਸ ਨੂੰ ਮੰਨਿਆ ਜਾਏਗਾ ਔਰ ਇਸ ਨੂੰ ਕੋਈ ਪ੍ਰਵਾਨ ਨਹੀਂ ਕਰੇਗਾ, ਕਿਉਂਕਿ ਅਖੀਰ ਦੇ ਉੱਤੇ ਆ ਕੇ ਗੱਲ ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਦੀ ਗੱਲ ਕੀਤੀ ਸੀ, ਇਹ 1966 ਤੋਂ ਬਾਅਦ ਵੀ ਪਹਿਲਾਂ ਹੋਈ ਸੀ ਕਾਫੀ, ਤੇ ਲੇਕਿਨ ਉਹ ਵਰਬਲੀ ਹੈ ਕਿ ਬਹੁਤਾ ਉਹਦੇ 'ਚ ਲਿਖਤੀ ਕੁਛ ਹੈ ਨਹੀਂ, ਲੇਕਿਨ ਉਹਦਾ ਅਸਲ ਸਰੂਪ ਇਹੀ ਸੀ ਕਿ ਸਰਕਾਰ ਕਦੇ ਵੀ ਗੁਰਦੁਆਰੇ ਦੇ ਵਿੱਚ ਦਖਲ ਨਹੀਂ ਦੇਗੀ ਔਰ ਜੋ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕੋਈ ਅਮੈਂਡਮੈਂਟ ਕਰਵਾਉਣ ਵਾਸਤੇ ਤਾਂ ਉਹ ਅਮੈਂਡਮੈਂਟ ਕਰਤੀ ਜਾਏਗੀ। ਸੋ ਇਸ ਦੇ ਉੱਤੇ ਹਰ ਪਾਸੇ ਤੋਂ ਗੱਲ ਕਰਨਗੇ ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਟੇਕ ਲੈ ਰਹੇ ਨੇ ਔਰ ਸੁਪਰੀਮ ਕੋਰਟ ਆਪਣੇ ਫੈਸਲੇ ਪੰਜਾਬ ਦੇ ਮੁਤਲਕ ਬਹੁਤ ਵਾਰੀ ਬਦਲ ਚੁੱਕਿਆ, ਪੰਜਾਬ ਦੇ ਬਾਟਲਾ ਬਦਲ ਚੁੱਕਿਆ। ਤਾਂ ਇਹਨਾਂ ਨੂੰ ਇਸ ਦੇ ਉੱਤੇ ਟੇਕ ਲੈ ਕੇ ਇਹੋ ਜਿਹਾ ਕੰਮ ਨਹੀਂ ਸਹਿਣਾ ਚਾਹੀਦਾ ਜਿਸ ਦੇ ਨਾਲ ਸਭ ਦਾ ਨੁਕਸਾਨ ਹੋਵੇ, ਪੰਜਾਬ ਦੇ ਵਿੱਚ ਬਦਨਾਮੀ ਹੋਵੇ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਧਾਰੀ ਸਾਹਿਬ ਆ ਰਿਹਾ ਤੁਹਾਡੇ ਕੋਲੇ, ਮੈਂ ਲਾਈਵ ਗੁਰਬਾਣੀ ਤੋਂ ਗੁਰਦੁਆਰਾ ਐਕਟ ਤੱਕ ਦੁੱਧਾ ਹੈ ਕਿ ਵਾਪਸ ਆ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਗੁਰਬਾਣੀ ਪ੍ਰਸਾਰਣ ਨੂੰ ਆਧਾਰ ਬਣਾ ਕੇ ਗੁਰਦੁਆਰਾ ਐਕਟ ਮੁਤਲਕ ਪੰਜਾਬ ਸਰਕਾਰ ਦੇ ਐਲਾਨ ਤੇ ਕਮਸਾਨ ਕਿਉਂ? ਮੇਰੀ ਬੇਨਤੀ ਹੈ ਸਾਰੇ ਮਹਿਮਾਨਾਂ ਨੂੰ ਕਿ 30 ਸੈਕਿੰਡਸ ਦੇ ਵਿੱਚ ਆਪਣੀ ਗੱਲ ਕੰਪਲੀਟ ਕਰਨੀ, ਤਾਂ ਮੈਨੂੰ ਵਿੱਚੋਂ ਕੱਟਣਾ ਪਊਗਾ, ਮਾਫ ਕਰ ਦਿਓ ਫਿਰ। ਤਾਰੀ ਸਾਹਿਬ ਹਾਂ ਬੋਲੋ ਜੀ, ਕੀ ਕਹਿਣਾ ਚਾਹ ਰਹੇ ਹੋ? ਦੇਖੋ ਮੈਂ ਨਾ ਜਿਹੜਾ ਅੱਜ ਦਾ ਮੁੱਦਾ ਹੈਗਾ ਇਸ ਦੇ ਬਾਰੇ ਚ ਨਾ ਮੈਂ 1 ਮਿੰਟ ਵਾਸਤੇ ਨਾ ਜਿਹੜੀ 125 ਇਹਨਾਂ ਨੇ ਬਣਾਈ ਹੈਗੀ ਆ, ਜਿਹੜੀ ਬਣਾਉਣੀ ਚਾਹੁੰਦੇ ਆ, ਉਸ ਬਾਰੇ ਮੈਂ 1 ਮਿੰਟ ਲਈ ਮੈਨੂੰ ਦੇ ਦਿਓ ਟਾਈਮ। ਉਹਦੇ ਚ ਇਹ ਹੈਗਾ ਕਿ ਮੈਂ 125 ਤੋਂ ਹੀ ਸ਼ੁਰੂ ਕਰਦਾ। 125A ਲਾਈਵ ਕਾਸਟ ਆਫ ਗੁਰਬਾਣੀ ਫ੍ਰੀ ਆਫ ਕਾਸਟ। ਇਟ ਸ਼ੈਲ ਬੀ ਡਿਊਟੀ ਆਫ ਦਾ ਬੋਰਡ SGPC to propagate the teaching of the gurus by making the uninterrupted live audio of the holy Gurbani from the Harmandir Sahib available from the cost free of cost to all the media houses, channels, outlets, whoever wishes to broadcast it. He added, insisting that the SGPC will have to provide the uninterrupted video feed without the commercial। ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਕਿ ਕਿੰਨੀ ਦੇਰ ਬਾਅਦ ਆਡੀਓ
ਇਹ ਜਿਹੜਾ ਸੈਕਸ਼ਨ ਹੈਗਾ ਨਾ, ਜਦੋਂ ਇਸ ਤਰ੍ਹਾਂ ਦੇ ਲਾਅ ਬਣਿਆ ਕਰਦੇ ਆ ਨਾ, ਉਹਦੇ ਉੱਤੇ ਬਕਾਇਦਾ ਲੀਗਲ ਜਿਹੜੀ ਐਕਸਪਰਟਸ ਹੈਗੇ ਆ ਉਹਨਾਂ ਦੀਆਂ ਰਾਏ ਲਈਆਂ ਜਾਂਦੀਆਂ ਹੁੰਦੀਆਂ, ਨਾ ਕਿ ਜਿਹੜੇ ਡੰਡਾ ਲੈ ਕੇ ਕਾਨੂੰਨ ਦੇ ਪਿੱਛੇ ਫਿਰਦੇ ਹੈਗੇ ਆ, ਆਪਣੀ ਮਰਜ਼ੀ ਦੇ ਨਾਲ ਕਾਨੂੰਨ ਬਣਾਉਂਦੇ ਆ। ਜੋ ਪੰਜਾਬ ਦੇ ਹਾਲਾਤ ਕਰੇ, ਇਹਨਾਂ ਨੇ ਹੋਰ ਜਿਹੜੇ ਹੈਗੇ ਆ ਧਰਮ ਹੈਗੇ ਆ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਕੱਲੇ ਹਰਮੰਦਰ ਸਾਹਿਬ ਤੇ ਅਟੈਕ ਕਿਉਂ ਕਰ ਰਹੇ ਹੈਗੇ? ਇਹ ਕਿਉਂ ਨਹੀਂ ਜਿਹੜਾ ਹੈਗਾ ਵੈਸ਼ਨੂ ਦੇਵੀ ਕੰਪਲੈਕਸ ਦੇ ਉੱਤੇ ਗੱਲ ਕਰਦੇ? ਕਿਉਂ ਨਹੀਂ ਇਹ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜਿਹੜਾ ਦਿੱਲੀ ਵਾਲਾ ਹੈਗਾ ਬੰਗਲਾ ਸਾਹਿਬ ਤੇ ਕਿਉਂ ਨਹੀਂ ਕਰਦੇ? ਇਹ ਕਿਉਂ ਨਹੀਂ ਜਿਹੜਾ ਹੈਗਾ ਪਟਨਾ ਸਾਹਿਬ ਤੇ ਕਰਦੇ? ਇਹ ਕਿਉਂ ਨਹੀਂ? ਇਹ ਕਿਉਂਕਿ ਜਾਣ ਬੁੱਝ ਕੇ ਸਿੱਖਾਂ ਦੇ ਵਿੱਚ ਇੱਕ ਜਿਹੜਾ ਹੈਗਾ ਹਸਤਾਖੇਪ ਕਰਨਾ ਚਾਹੁੰਦੇ ਆ। ਠੀਕ ਹਾਂ, ਇਹ 30 ਸੈਕਿੰਡ ਪਲੀਜ਼ ਰਵਿੰਦਰ ਸਿੰਘ। ਦੇਖੋ ਇਹ ਜਿਹੜਾ ਕਿਉਂ ਕਹਿ ਰਹੇ ਨੇ, ਕਿਉਂਕਿ ਇੱਕ ਹੀ ਚੈਨਲ ਹੈ ਜਿਹੜਾ ਹਰਮੰਦਰ ਸਾਹਿਬ ਦੀ ਟੈਲੀਕਾਸਟ ਦੇਖਦਾ ਤੇ ਪੂਰੇ ਦੁਨੀਆ ਦੇ ਵਿੱਚ ਹਰਮੰਦਰ ਸਾਹਿਬ ਦੀ ਗੁਰਬਾਣੀ ਨੂੰ ਸੁਣਿਆ ਜਾਂਦਾ ਤੇ ਇੱਕ ਪੈਕੇਜ ਬਣਾ ਕੇ ਦਿੰਦੇ ਨੇ। ਇੱਥੇ ਤਾਂ ਬਹੁਤ ਘੱਟ ਹੈ, ਬਾਹਰ ਬਹੁਤ ਮਹਿੰਗੀ ਸਬਸਕ੍ਰਿਪਸ਼ਨ ਹੈ ਉਸ ਚੈਨਲ ਦੀ, ਪੀਟੀਸੀ ਚੈਨਲ ਦੀ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਕਿੱਦਾਂ ਮੈਨੀਪੂਲੇਟ ਕਰਕੇ ਇੱਕ ਚੈਨਲ ਨੂੰ ਬੈਨੀਫਿਟਸ ਦਿੱਤੇ ਹੋਏ ਨੇ। ਤੁਸੀਂ ਐਫੀਡੇਵਿਟ ਦੇ ਦਿਓ ਔਨ ਓਥ। ਅਰਵਿੰਦਰ ਸਿੰਘ ਜੀ ਤੁਹਾਨੂੰ ਚੈਲੰਜ ਹੈ ਵੀ ਅਸੀਂ ਉਹਦਾ ਕੋਈ ਪੈਕੇਜ ਲੈਂਦੇ ਹੋਈਏ। ਧਾਰਨੀ ਸਾਹਿਬ ਬਿਜ਼ਨਸ ਕਰ ਰਹੇ ਹੋ ਆਪਣਾ, ਤੁਸੀਂ ਐਫੀਡੇਵਿਟ ਦਿਓ ਅਰਵਿੰਦਰ ਸਿੰਘ ਜੀ, ਆਪਣਾ ਪਰਸਨਲੀ ਐਫੀਡੇਵਿਟ ਦਿਓ ਬਈ ਅਸੀਂ ਇੰਨੇ ਪੈਸੇ ਗੁਰਬਾਣੀ ਦੇ ਉੱਪਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ। ਜੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਦੇਖਣਾ ਤਾਂ ਤੁਹਾਨੂੰ ਸਪੈਸ਼ਲ ਪੈਕ ਲੈਣਾ ਪੈਂਦਾ ਪੀਟੀਸੀ ਦਾ, ਕਿਸੇ ਹੋਰ ਚੈਨਲ ਤੇ ਗੁਰਬਾਣੀ। ਦੈਟ ਇਜ਼ ਦਾ ਓਨਲੀ ਰੀਜ਼ਨ ਕਿ ਕਿਸੇ ਹੋਰ ਚੈਨਲ ਗੁਰਬਾਣੀ ਦੇਖ ਹੀ ਨਹੀਂ ਸਕਦੇ। ਜੇ ਤੁਸੀਂ ਮਹਾਰਾਸ਼ਟਰ 'ਚ ਬੈਠੇ ਹੋ, ਤੁਸੀਂ ਕਰਨਾਟਕਾ 'ਚ ਬੈਠੇ ਹੋ, ਤੁਸੀਂ ਐਮਪੀ 'ਚ ਬੈਠੇ ਹੋ, ਯੂਪੀ 'ਚ ਬੈਠੇ ਹੋ ਤੇ ਤੁਸੀਂ ਗੁਰਬਾਣੀ ਦੇਖਣੀ ਹੈ ਤਾਂ ਹਰਮੰਦਰ ਸਾਹਿਬ ਦੀ ਗੁਰਬਾਣੀ ਦੇਖਣੀ ਹੈ ਤਾਂ ਤੁਹਾਨੂੰ ਪੀਟੀਸੀ ਦਾ ਪੈਕ ਲੈਣਾ ਹੀ ਪੈਣਾ। ਚਲੋ ਰਵਿੰਦਰ ਜੀ करना चाहे बस ठीक एक मिनट रुक जाओ सर रुक जाओ मान लिया करो गल मान लिया एक मिनट में आ रहे नहीं कर्नल जयवंत साहब तीसरी बारी बोलेंगे, मैं दूसरी बारी नहीं बोल रहा। एक मिनट रविंदर सिंह आप की कर रहे, एक मिनट रुक जाओ ना, रुक जाओ सर, रुक जाओ रविंदर सिंह, रुक जाओ, ਤੁਹਾਡਾ पॉइंट आ गया सर, रुक जाओ हुण, रुक जाओ सर नहीं रुक जाओ सर, ਤੁਹਾਡੇ ਕਹਿਣ ਮੁਤਾਬਕ ਥੋੜੀ ਆ ਜਾਊਗਾ, ਲਾਸਟ ਹੈ ਸਰ, ਇੱਕ ਮਿੰਟ रुक जाओ। ਕਰਨਲ ਜੈਵੰਤ ਸਿੰਘ ਲਾਸਟ ਕਮੈਂਟ ਤੁਹਾਡਾ ਸਰ। ਮੇਰਾ ਲਾਸਟ ਕਮੈਂਟ ਇਹੋ ਹੀ ਹੈ ਕਿ ਇਸ ਤਰੀਕੇ ਦਾ ਕੰਮ ਜਿਹੜਾ ਆਮ ਆਦਮੀ ਪਾਰਟੀ ਪੋਲੀਟੀਕਲ ਪਰਪਸ ਦੇ ਵਾਸਤੇ ਕਰ ਰਹੀ ਹੈ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਕਰ ਰਹੀ ਹੈ, ਆਪਣੀ ਡੈਸਪਰੇਸ਼ਨ ਚ ਕਰ ਰਹੀ ਹੈ ਕਿ ਇਹਨਾਂ ਨੇ ਜਿਹੜੇ ਵਾਅਦੇ ਦਿੱਤੇ ਸੀ ਉਹ ਪੂਰੇ ਨਹੀਂ ਇਹਨਾਂ ਕੋਲੋਂ ਹੋਏ, ਉਹਨਾਂ ਸਾਰੀਆਂ ਚੀਜ਼ਾਂ ਨੂੰ ਛੁਪਾਉਣ ਵਾਸਤੇ ਇਹਨਾਂ ਨੂੰ। ਚਲੋ ਕਰਨਲ ਜੈਵੰਤ ਸਿੰਘ ਤੁਹਾਡਾ ਪੁਆਇੰਟ ਆ ਗਿਆ, ਹੋਰਨਾਂ ਮੁੱਦਿਆਂ ਨੂੰ ਪਾਸੇ ਕਰਕੇ ਪੁਆਇੰਟ ਲਿਆਂਦਾ ਜਾ ਰਿਹਾ ਕਿ ਇੱਕ ਚੈਨਲ ਤੋਂ ਇਹ ਸਾਰੀ ਜਿਹੜੀ ਪ੍ਰਸਾਰਣ ਦੇ ਅਧਿਕਾਰ ਹੈ ਉਹ ਲੈਣੇ ਚਾਹੀਦੇ ਵਾਪਸ ਜਾਂ ਨਹੀਂ ਸਰ? ਕਰਨਾ ਚਾਹੀਦਾ ਬਸ ਬਿਲਕੁਲ ਲੈਣੇ ਚਾਹੀਦੇ ਨੇ ਜੀ। ਉਹ ਤੇ ਅਸੀਂ ਸ਼ੁਰੂ ਤੋਂ ਸਾਰੇ ਕਹਿ ਰਹੇ ਹਾਂ ਕਿ ਇਹਨਾਂ ਨੂੰ ਇੱਕ ਓਪਨ ਤੇ ਟਰਾਂਸਪੇਰੈਂਟ ਪਾਲਿਸੀ ਬਣਾਉਣੀ ਚਾਹੀਦੀ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਇੰਟਰਫੇਅਰ ਕਰ ਰਹੇ ਨੇ ਉਹ ਇੰਟਰਫੇਰੈਂਸ ਜਿਹੜੀ ਹੈ ਉਹ ਨਹੀਂ ਮੰਨੀ ਜਾ ਸਕਦੀ। ਉਹ ਲੀਗਲੀ ਤੇ ਸੋਸ਼ਲੀ ਤੇ ਪ੍ਰੈਸੀਡੈਂਟ ਦੇ ਹਿਸਾਬ ਦੇ ਨਾਲ ਬਿਲਕੁਲ ਗਲਤ ਹੈ ਤੇ ਉਹ ਬੀਜੇਪੀ ਕਹਿੰਦੀ ਹੈ ਕਿ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜੋ ਵੀ ਕਰਨਾ ਹੈ ਗੱਲਬਾਤ ਕਰਕੇ ਹੋਣਾ ਚਾਹੀਦਾ। ਹਾਂ ਹਾਂਜੀ ਗੁਰਤੇਜ ਸਿੰਘ ਜੀ। ਦੇਖੋ ਜੀ, ਦੋ ਗੱਲਾਂ ਆਣਗੀਆਂ ਮੈਂ ਤਾਂ ਕਹਿਣੀ ਆ ਕਿ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਆਪਣੇ ਆਪ ਇਸ ਦਾ ਸੁਧਾਰ ਕਰ ਲੈਣਾ ਚਾਹੀਦਾ ਸੀ ਹੁਣ ਤਾਈਂ, ਤੇ ਅਜੇ ਵੀ ਕੁਝ ਨਹੀਂ ਵਿਗੜਿਆ। ਇਸ ਦਾ ਸੁਧਾਰ ਆਪਣੇ ਆਪ ਕਰ ਲੈਣਾ ਚਾਹੀਦਾ। ਜਿਨ੍ਹਾਂ ਲੀਆਂ ਦੇ ਉੱਤੇ ਸਾਰਾ ਪੰਥ ਦੇ ਸਾਰੇ ਲੋਕ ਸੁਜੈਸਟ ਕਰ ਰਹੇ ਨੇ ਕਿ ਇੱਕ ਪਰਿਵਾਰ ਦੇ ਵਿੱਚੋਂ ਕੱਢ ਕੇ ਤੇ ਇਸ ਨੂੰ ਲੋਕਾਂ ਦੇ ਗੁਰਤੇਜ ਸਿੰਘ ਜੀ ਮੈਂ ਤਾਂ ਸਾਰੇ ਗੱਲ ਕਹਿ ਰਿਹਾ ਗੁਰਤੇਜ ਸਿੰਘ ਜੀ ਮੈਂ ਤਾਂ ਇਹ ਗੱਲ ਕਹੀ ਹੈ ਕਿ ਸਰੈਂਡਰ ਕਰਵਾ ਦਿਓ ਇੱਕ ਵਾਰੀ, ਉਦੋਂ ਟੈਂਡਰ ਖੋਲ ਦਿਓ, ਤੁਸੀਂ ਕਰ ਲਓ ਜੋ ਕੁਝ ਕਰਨਾ। ਇਹ ਬਿਲਕੁਲ ਠੀਕ ਹੈ ਤੁਹਾਡਾ ਸੁਜੈਸ਼ਨ। ਦੂਸਰੀ ਗੱਲ ਇਹ ਹੈਗੀ ਕਿ ਇਸ ਜਿਹੜਾ ਇਹਨਾਂ ਨੇ ਅਮੈਂਡਮੈਂਟ ਦਾ ਸੈਕਸ਼ਨ ਬਣਾਇਆ ਹੈ ਇਹਦੇ ਵਿੱਚ ਧਰਮ ਪ੍ਰਚਾਰ ਦੀ ਗੱਲ ਹੈ। ਇਹ ਧਰਮ ਪ੍ਰਚਾਰ ਸਰਕਾਰ ਦਾ ਕੰਮ ਨਹੀਂ ਹੈ ਤੇ ਇਸੇ ਇਸ਼ੂ ਦੇ ਉੱਤੇ ਇਸਨੇ ਇਹਨੂੰ ਸਟ੍ਰਾਈਕ ਡਾਊਨ ਕਰ ਦੇਣਾ ਉਹਨਾਂ ਨੇ। ਦੂਸਰੀ ਗੱਲ ਇਹ ਹੈ, ਤੀਸਰੀ ਗੱਲ ਇਹ ਹੈ ਕਿ ਜਿਹੜਾ ਧਰਮ ਪ੍ਰਚਾਰ ਦਾ ਮਸਲਾ ਹੈਗਾ ਉਹ ਤਾਂ ਸ਼੍ਰੋਮਣੀ ਕਮੇਟੀ ਵੀ ਨਹੀਂ ਕਰ ਸਕਦੀ। ਸ਼੍ਰੋਮਣੀ ਕਮੇਟੀ ਦਾ ਮਕਸਦ ਸਿਰਫ ਗੁਰਦੁਆਰਿਆਂ ਦੀ ਐਡਮਿਨਿਸਟ੍ਰੇਸ਼ਨ ਕਰਨਾ ਹੈ, ਔਰ ਜਿਹੜੇ ਉਹਨਾਂ ਨੇ ਲਿਖੇ ਨੇ ਜਿਹੜਾ ਕੁਝ ਕਰ ਸਕਦੀ ਹੈ ਕਮੇਟੀ ਉਸ ਦੇ ਵਿੱਚ ਧਰਮ ਪ੍ਰਚਾਰ ਨਹੀਂ ਆਉਂਦਾ। ਇਸ ਕਰਕੇ ਇਹਨਾਂ ਨੂੰ ਸੈਪਰੇਟ ਧਰਮ ਪ੍ਰਚਾਰ ਕਮੇਟੀ ਬਣਾਉਣੀ ਪਈ ਹੈ ਜਿਹੜੀ ਜਿਸ ਨੂੰ ਇਹ ਗ੍ਰਾਂਟ ਦਿੰਦੇ ਨੇ ਧਰਮ ਪ੍ਰਚਾਰ ਵਾਸਤੇ। ਠੀਕ ਹੈ, ਬੜਾ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ। ਮਿਸਟਰ ਖੜਿਆਲ ਲਾਸਟ ਮਿੰਟ ਹੈ ਸਰ, ਬੋਲੋ ਪਲੀਜ਼।
केपी जी एक मेरी बेनती है, इतने फेलो पैनलिस्ट रिस्पेक्टेड पैनलिस्ट ਤਿੰਨ ਵਾਰੀ ਬੋਲੇ ਹੈ, ਮੈਂ ਹਜੇ ਇੱਕ ਵਾਰੀ ਬੋਲਿਆ ਤੇ ਕਾਈਂਡਲੀ ਬਰਾਬਰੀ ਦਾ ਮੌਕਾ ਦਿੱਤਾ ਜਾਵੇ, ਟਾਈਮਲੀ ਮੌਕਾ ਦਿੱਤਾ ਜਾਵੇ, ਇਕੁਐਲਿਟੀ ਫੋਲੋ ਹੋਵੇ, ਮੇਰੀ ਬੇਨਤੀ ਹੈ। ਦੂਜੀ ਗੱਲ, ਪ੍ਰੋਬਲਮ ਇੱਥੇ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਜਾਨਣਾ ਨਹੀਂ ਚਾਹ ਰਹੀ ਹੈ, ਪਤਾ ਨਹੀਂ ਇਹ ਜਾਣ ਬੁੱਝ ਕੇ ਕਰ ਰਹੇ ਹੈ, ਪਤਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੀ ਨਹੀਂ ਹੈ ਵੀ ਕਾਨੂੰਨ ਹੁੰਦਾ ਕੀ ਹੈ। ਕਿਉਂਕਿ ਤੁਸੀਂ ਦੇਖੋ ਦੋਹਰੇ ਮਾਪਦੰਡ ਆਮ ਆਦਮੀ ਪਾਰਟੀ ਦੇ, ਇਹ ਜਦੋਂ ਦਿੱਲੀ ਦੀ ਆਰਡੀਨੈਂਸ ਦੀ ਗੱਲ ਹੁੰਦੀ ਹੈ ਕਹਿੰਦੇ ਵੀ ਰੂਲ ਆਫ ਲਾਅ ਫੋਲੋ ਹੋਣਾ ਚਾਹੀਦਾ, ਫਿਰ ਆਪ ਕਿਉਂ ਨਹੀਂ ਕਰ ਰਹੇ ਬਈ? ਫਿਰ ਜਦੋਂ ਗੱਲ ਹੁੰਦੀ ਹੈ ਬੇਸਿਕਲੀ ਗਵਰਨਰ ਸਾਹਿਬ ਦੇ ਜੁਰਿਸਡਿਕਸ਼ਨ ਨੂੰ ਐਕਸਟੈਂਡ ਕਰਨ ਦੀ, ਆਪਦੀ ਜੁਰਿਸਡਿਕਸ਼ਨ ਚੋਂ ਬਾਹਰ ਜਾਣ ਦੀ ਪੰਜਾਬ ਦੇ ਵਿੱਚ, ਉਦੋਂ ਕਹਿੰਦੇ ਜੁਰਿਸਡਿਕਸ਼ਨ ਜਿਹੜੀ ਜਿਹਦੀ ਹੈ ਉਨੀ ਫੋਲੋ ਹੋਣੀ ਚਾਹੀਦੀ ਹੈ, ਸੋ ਆਪ ਜੁਰਿਸਡਿਕਸ਼ਨ ਚੋਂ ਬਾਹਰ ਕਿਉਂ ਜਾ ਰਹੇ ਹੋ ਤੁਸੀਂ? ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਬਦਲਾਅ ਆਵੇ ਤਾਂ ਤੁਸੀਂ ਸਹੀ ਪ੍ਰੋਸੀਜਰ ਕਿਉਂ ਨਹੀਂ ਫੋਲੋ ਕਰਦੇ? ਰეკਮੈਂਡੇਸ਼ਨ ਲਿਖ ਕੇ ਤੁਸੀਂ ਸੈਂਟਰ ਨੂੰ ਭੇਜ ਸਕਦੇ ਹੋ। ਹੁਣ ਦੋ ਪੋਸਿਬਿਲਿਟੀਜ਼ ਹੈ, ਜਾਂ ਤਾਂ ਇਹਨਾਂ ਨੂੰ ਐ ਲੱਗਦਾ ਹੈ ਵੀ ਬੀਜੇਪੀ ਨਾ ਕਰ ਦੂਗੀ, ਦੂਜਾ ਸਿਨੈਰੀਓ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਸ਼ਾਇਦ ਐ ਲੱਗਦਾ ਵੀ ਸਾਨੂੰ ਕ੍ਰੈਡਿਟ ਨਹੀਂ ਮਿਲੂਗਾ ਜੇ ਬੀਜੇਪੀ ਦੀ ਸਰਕਾਰ ਇਹ ਕਰੂਗੀ, ਜੇ ਅਸੀਂ ਲਿਖ ਕੇ ਭੇਜ ਦਾਂਗੇ। ਹੁਣ ਮੇਰਾ ਸਵਾਲ ਤਾਂ ਕਰਕੇ ਜੈਵੰਤ ਸਾਹਿਬ ਨੂੰ ਹੈ ਤਾਂ ਕਿ ਕਲੈਰੀਫਾਈ ਹੋ ਜਾਏ ਕਿ ਜੈਵੰਤ ਸਾਹਿਬ ਜੇ ਬੀਜੇਪੀ ਨੂੰ ਸੈਂਟਰ ਦੀ ਸਰਕਾਰ ਨੂੰ ਲਿਖ ਕੇ ਸਟੇਟ ਸਰਕਾਰ ਭੇਜ ਦਿੰਦੀ ਹੈ ਕਿ ਆਹ ਰეკਮੈਂਡੇਸ਼ਨਸ ਹੈ, ਆਹ ਅਮੈਂਡਮੈਂਟ ਕਰੋ, ਕਿ ਬੀਜੇਪੀ ਦੀ ਸਰਕਾਰ ਪਾਰਲੀਮੈਂਟ ਦੇ ਵਿੱਚ ਇਹ ਕਰੂਗੀ, ਹਾਂ ਜਾਂ ਨਾ? ਹੁਣ ਤੀਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਇਹ ਗੱਲ ਦੱਸੇ ਆਫਟਰ ਜੈਵੰਤ ਸਾਹਿਬ ਹੈਜ਼ ਸਪੋਕਨ ਕਿ ਜੇ ਉਹ ਕਹਿੰਦੇ ਵੀ ਅਸੀਂ ਕਰਾਂਗੇ ਤੇ ਫਿਰ ਤੁਹਾਨੂੰ ਕੀ ਦਿੱਕਤ ਹੈ ਪ੍ਰੋਸੀਜਰ ਫੋਲੋ ਕਰਨ? ਚਲੋ ਠੀਕ ਕਰਨਲ ਜੈਵੰਤ ਸਿੰਘ, ਜੇ ਇਹ ਰਿਕਮੈਂਡੇਸ਼ਨ ਭੇਜਦੇ ਆ ਤੁਹਾਡੇ ਕੋਲੇ, ਕੀ ਤੁਸੀਂ ਉਸ ਨੂੰ ਫੋਲੋ ਕਰੋਗੇ? ਤੁਸੀਂ ਉਸ ਨੂੰ ਹਾਂ ਕਰੋਗੇ? ਇਹ ਸਾਨੂੰ ਕਿਉਂ ਰਿਕਮੈਂਡੇਸ਼ਨ ਭੇਜਣਗੇ ਜੀ? ਇਹਨਾਂ ਨੂੰ ਐਸਜੀਪੀਸੀ ਨੂੰ ਰਿਕਮੈਂਡੇਸ਼ਨ ਭੇਜਣੀ ਚਾਹੀਦੀ ਹੈ ਨਾ ਚੇਂਜ ਕਰਨ ਵਾਸਤੇ। ਇਹ ਐਸਜੀਪੀਸੀ ਦੇ ਨਾਲ ਗੱਲ ਕਰਨ, ਉਹ ਮੁੱਦਾ ਉਹ ਐਸਜੀਪੀਸੀ ਦੇ ਕੋਲ ਹੈ, ਐਸਜੀਪੀਸੀ ਸਾਡੇ ਕੋਲ ਆਏਗੀ ਆਪਣੀਆਂ ਰਿਕਮੈਂਡੇਸ਼ਨ ਤੇ ਰੈਜ਼ੋਲੂਸ਼ਨ ਲੈ ਕੇ ਕਿ ਅਸੀਂ ਕੀ ਕਰਨਾ, ਉਹਦੇ ਬਾਅਦ ਅਸੀਂ ਜੇ ਐਸਜੀਪੀਸੀ ਆ ਗਈ ਕਰੋਗੇ? ਹਾਂ, ਜਦੋਂ ਐਸਜੀਪੀਸੀ ਲੈ ਕੇ ਆਏਗੀ ਰੈਜ਼ੋਲੂਸ਼ਨ। ਚਲੋ ਐਸਜੀਪੀਸੀ ਕਿੱਥੇ ਕਰ ਦੂਗੀ ਖੜਿਆਲ ਸਾਹਿਬ? ਆਪਾਂ ਵੀ ਸਵਾਲ ਇਹੋ ਜਿਹਾ ਕਰ ਰਹੇ ਹਾਂ, ਕਿੱਥੇ ਕਰ ਦੂਗੀ ਐਸਜੀਪੀਸੀ? ਐਸਜੀਪੀ ਤਾਂ ਹੁਣ ਨਹੀਂ ਨਾਲ ਤੁਰੀ ਫਿਰਦੀ ਇਹਨਾਂ ਦੇ। ਮੈਂ ਠੀਕ ਹੈ, ਸਮਝ ਗਿਆ ਖੜਿਆਲ ਸਾਹਿਬ, ਮੈਂ ਸਮਝ ਗਿਆ। ਜਿੱਥੇ ਉਹ ਮੁੱਦੀ ਪਈ ਹੈ ਇਹਨਾਂ ਦੇ ਨਾਲ, ਉੱਥੇ ਉਹ ਸੋਸ਼ਲ ਕੁਐਸਚਨ ਬਣ ਜਾਂਦਾ ਹੈ ਜੀ। ਦੇਖੋ ਮੈਂ ਕਿਉਂ ਗੱਲ ਕਹੀ ਕੇਪੀ ਜੀ, ਇੱਕ ਲਾਈਨ ਬੋਲੂੰਗਾ, ਇੱਥੋਂ ਮਨਸ਼ਾ ਝਲਕਦੀ ਹੈ। ਜੇ ਸੈਂਟਰ ਰੈਡੀ ਹੈ ਤੇ ਫਿਰ ਆਮ ਆਦਮੀ ਪਾਰਟੀ ਨੂੰ ਪ੍ਰੋਸੀਜਰ ਫੋਲੋ ਕਰਨ ਦੇ ਵਿੱਚ ਦਿੱਕਤ ਕੀ ਹੈ? ਠੀਕ ਹੈ। ਤਾਰੀ ਸਾਹਿਬ ਜੇ ਐਸਜੀਪੀਸੀ ਨੂੰ ਪੁੱਛ ਲਿਆ ਜਾਂਦਾ, ਐਸਜੀਪੀਸੀ ਹਾਂ ਕਰ ਦੂਗੀ ਸਰ ਵੀ ਹਾਂ ਇਹ ਹੋਣਾ ਚਾਹੀਦਾ, ਇੱਕ ਚੈਨਲ ਕੋਲੇ ਨਹੀਂ ਰਹਿਣਾ ਚਾਹੀਦਾਗਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਕਿਹਾ ਕਿ ਸਾਨੂੰ ਜਿਹੜਾ ਹੈਗਾ ਇਹਦੇ ਵਾਸਤੇ ਪੈਸੇ ਵਗੈਰਾ ਇਕੱਠੇ ਕਰਨੇ ਪੈਣੇ ਆ, ਪਰ ਇਹ ਜਿਹੜਾ ਹੈਗਾ ਹਲਕਾ ਝੂਟਾ ਦਿੰਦੇ ਆ, ਇਹ ਕਹਿ ਰਹੇ ਆ ਅਸੀਂ ਪੈਸੇ ਦਿੰਦੇ ਆ ਜੀ। ਤਾਰੀ ਸਾਹਿਬ ਐਸਜੀਪੀਸੀ ਸਮਰੱਥ ਨਹੀਂ ਹੈਗੀ ਕਿ ਉਹ ਆਪਦਾ ਚੈਨਲ ਖੋਲ ਸਕੇ? ਤਾਰੀ ਸਾਹਿਬ ਬਿਲਕੁਲ ਸਮਰੱਥ ਹੈਗੀ। ਫਿਰ ਤੁਸੀਂ ਹੁਣ ਕਿਉਂ ਕਹਿ ਰਹੇ ਪੈਸੇ ਇਕੱਠੇ ਕਰਨੇ ਸਰ? ਨੰਬਰ 2 ਤਾਰੀ ਸਾਹਿਬ ਓਪਨ ਚੈਲੰਜ ਕਰ ਰਹੇ ਸਰ, ਇੱਥੇ ਚੈਨਲ ਤੇ ਬੈਠ ਕੇ ਕਹੋ। ਤਾਰੀ ਸਾਹਿਬ ਇੱਕ ਮਿੰਟ ਸਰ ਰੁਕ ਜਾਓ ਸਰ। ਤਾਰੀ ਸਾਹਿਬ ਇੱਕ ਮਿੰਟ ਸਰ, ਓਪਨ ਚੈਲੰਜ ਕਰ ਰਿਹਾ ਮੈਂ, ਬਿਨਾਂ ਕਿਸੇ ਨੂੰ ਪੁੱਛੇ ਹੋਏ ਸਰ, ਓਪਨ ਚੈਲੰਜ ਤੁਹਾਨੂੰ ਕਰ ਰਿਹਾ। ਤਾਰੀ ਸਾਹਿਬ ਤੁਸੀਂ ਕਹੋ ਐਸਜੀਪੀਸੀ ਕੋਲੇ ਪੈਸੇ ਨਹੀਂ ਹੈਗੇ, ਸਾਡੇ ਦਰਸ਼ਕ ਦੇਖਦੇ ਪਏ ਸਰ, ਹੁਣੇ ਦੱਸ ਦੇਣਗੇ ਕਿੰਨੇ ਪੈਸੇ ਕਿੰਨੇ ਕੋਲੇ ਹੈਗੇ। ਹੈਗੇ ਬਿਲਕੁਲ ਕਰਾਂਗੇ ਅਸੀਂ। ਪਰ ਦੂਜੀ ਗੱਲ ਕੀ ਕੱਲਾ ਹਰਮੰਦਰ ਸਾਹਿਬ ਹੀ ਇਸ਼ੂ ਹੈ? ਬਾਕੀ ਜਿਹੜੇ ਚੈਨਲ ਚੱਲ ਰਹੇ ਆ ਉਹ ਕੋਈ ਇਸ਼ੂ ਨਹੀਂ। ਚਲੋ ਠੀਕ, ਇਹ ਸਵਾਲ ਤੁਹਾਡਾ ਲੈਣਾ। ਰਵਿੰਦਰ ਸਿੰਘ, ਕੱਲਾ ਹਰਮੰਦਰ ਸਾਹਿਬ ਇਸ਼ੂ ਹੈ, ਬਾਕੀ ਚੈਨਲ ਜਿਹੜੇ ਚੱਲ ਰਹੇ ਆ ਜਾਂ ਕਿਸੇ ਹੋਰ ਧਾਰਮਿਕ ਸਥਾਨ ਦਾ ਪ੍ਰਸਾਰਣ ਹੋ ਰਿਹਾ ਤੁਹਾਡੇ ਲਈ ਇਸ਼ੂ ਨਹੀਂ ਹੈਗਾ? ਭੱਜ ਗਏ ਉਹ? ਨਹੀਂ ਭੱਜੇ ਨਹੀਂ, ਕਿ ਉਹ ਫੋਨ ਆ ਗਿਆ ਹੋਣਾ ਕੋਈ, ਮੈਨੂੰ ਲੱਗਦਾ। ਹਾਂ ਰਵਿੰਦਰ ਸਿੰਘ, ਮੈਨੂੰ ਪਤਾ ਹੁੰਦਾ ਕਿਹੜੀ ਪਾਰਟੀ ਨੇ ਕਿੱਥੇ ਜਾਣਾ। ਹਾਂ ਬੋਲੋ ਰਵਿੰਦਰ ਸਿੰਘ। ਦੂਜੀ ਕਾਲ ਆ ਗਈ ਸੀ। ਹਾਂ ਕੋਈ ਨਹੀਂ ਕੋਈ ਗੱਲ ਨਹੀਂ, ਬੋਲੋ ਫਟਾਫਟ ਬੋਲੋ। ਦਿੱਲੀ ਪੋਸਟ ਵਾਲੇ, ਤੁਹਾਡੇ ਲਈ ਹਰਮੰਦਰ ਸਾਹਿਬ ਇਸ਼ੂ ਹੈ ਜਾਂ ਬਾਕੀ ਧਾਰਮਿਕ ਸਥਾਨਾਂ ਤੋਂ ਜਿਹੜੇ ਪ੍ਰਸਾਰਣ ਹੋ ਰਹੇ ਉਹ ਵੀ ਇਸ਼ੂ ਹੈ ਜਾਂ ਨਹੀਂ? ਮੈਂ ਤਾਂ ਇੰਨੀ ਗੱਲ ਕਰਕੇ ਆਪਣੀ ਗੱਲ ਦੀ ਸਮਾਪਤੀ ਕਰਾਂਗਾ। ਪੈਸਾ ਚੜਾਵੇ ਕਾ ਸਿਆਸਤ ਤਖਤਾਂ ਤੇ ਆਣ ਭਾਰੂ ਮੀਰੀ ਪੀਰੀ ਦਾ ਰਿਹਾ ਨਾ ਕਿਰਦਾਰ। ਮਸਲਾ ਸਾਰਾ ਇਹ ਹੈ ਕਿ ਮੀਰੀ ਪੀਰੀ ਦਾ ਕਿਰਦਾਰ ਨਹੀਂ ਰਿਹਾ ਤੇ ਇਹਨਾਂ ਦੀ ਸਿਆਸਤ। ਰਵਿੰਦਰ ਸਿੰਘ ਠੀਕ ਹੈ, ਮੀਰੀ ਪੀਰੀ ਦਾ ਕਿਰਦਾਰ ਨਹੀਂ ਰਿਹਾ, ਸਿਆਸਤ ਕਰਦੇ ਪਏ, ਸਭ ਕੁਝ ਲੈ ਲਿਆ ਸਰ ਤੁਹਾਡਾ। ਮੇਰਾ ਸਵਾਲ ਹੈ ਰਵਿੰਦਰ ਸਿੰਘ, ਕੀ ਬਾਕੀ ਇਸ਼ੂ ਹੈਗੇ ਆ, ਬਾਕੀ ਧਾਰਮਿਕ ਸਥਾਨਾਂ ਦੇ ਪ੍ਰਸਾਰਣ ਦੀ ਇਸ਼ੂ ਹੈ ਜਾਂ ਨਹੀਂ? ਸਿਰਫ ਦਰਬਾਰ ਸਾਹਿਬ ਇਸ਼ੂ ਹੈ ਤੁਹਾਡੇ ਲਈ? ਦਰਬਾਰ ਸਾਹਿਬ ਪਾਰਟਿਕੂਲਰਲੀ ਇਸ ਕਰਕੇ ਇਸ਼ੂ ਹੈ ਕਿਉਂਕਿ ਜਿਹੜਾ ਕੰਟਰੈਕਟ ਕੀਤਾ ਹੋਇਆ 11 ਸਾਲਾਂ ਵਾਲਾ ਉਹ ਜੁਲਾਈ ਚ ਆ ਕੇ ਖਤਮ ਹੋ ਰਿਹਾ। ਚਲੋ ਇੱਕ ਆਖਰੀ ਸਵਾਲ, ਐਸਜੀਪੀਸੀ ਤੋਂ ਕੋਈ ਅਪਰੂਵਲ ਲੈਣ ਦੀ ਜ਼ਰੂਰਤ ਨਹੀਂ ਹੈ?
ਜ਼ਰੂਰਤ ਨਹੀਂ ਹੈ, ਅਸੀਂ ਕੱਲ ਅਮੈਂਡਮੈਂਟ ਕਰਾਂਗੇ, ਸਾਡੇ ਕੋਲ ਪਾਵਰ ਹੈਗੀ ਹੈ, ਸਟੇਟ ਦੀ ਪੰਜਾਬ ਦੇ ਲੋਕਾਂ ਸਰ ਉਹ ਦੀ ਚੈਲੰਜ ਹੋ ਜਾਣਾ ਹੈ, ਰਵਿੰਦਰ ਸਿੰਘ ਚੈਲੰਜ ਹੋ ਜਾਣਾ ਆ, ਤਿਆਰ ਬੈਠੇ ਆ, ਤਿਆਰ ਬੈਠੇ ਵਕੀਲ ਬੈਠੇ ਤੁਹਾਡੇ ਨਾਲ, ਤਿਆਰ ਬੈਠੇ ਇਹ ਚੈਲੰਜ ਕਰਨ ਨੂੰ ਤਿਆਰ ਬੈਠੇ ਆ, ਅਪਰੂਵਲ ਲੈਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲ ਜਿਹੜੀ ਪਾਵਰ ਹੈ, ਅਸੀਂ ਉਸ ਐਕਟ ਨੂੰ ਅਮੈਂਡ ਕਰਾਂਗੇ, ਨਵਾਂ ਸੈਕਸ਼ਨ ਲੈ ਕੇ ਆਵਾਂਗੇ ਤੇ ਉਹਦੇ ਹਿਸਾਬ ਨਾਲ ਕੰਮ। ਐਸਜੀਪੀਸੀ ਅਪਰੂਵਲ ਦੀ ਜ਼ਰੂਰਤ ਨਹੀਂ ਹੈ ਰਵਿੰਦਰ ਸਿੰਘ, ਇਹਨਾਂ ਨੂੰ ਕਿਸੇ ਦੀ ਜ਼ਰੂਰਤ ਨਹੀਂ, ਐਸਜੀਪੀਸੀ ਅਪਰੂਵਲ ਦੀ ਕੋਈ ਜ਼ਰੂਰਤ ਨਹੀਂ ਹੈ। ਇਹਨਾਂ ਨੇ ਕੁਝ ਨਹੀਂ ਕਰਨਾ ਜੀ, ਐਵੇਂ ਹੀ ਬਸ ਅੱਜ ਦੀਆਂ ਗੱਲਾਂ ਕਰਕੇ ਇੱਕ ਦਿਨ ਹੋਰ ਕੱਢ ਲਿਆ ਆਪਣਾ। ਚਲੋ ਮੈਨੂੰ ਚਰਚਾ ਸਮਾਪਤ ਕਰਨੀ ਪੈਣੀ ਹੈ। ਬਹੁਤ ਧੰਨਵਾਦ ਕਰਨਾ ਚਾਹੀਦਾ ਸੀ ਤੁਹਾਡਾ। ਕੋਈ ਦੂਜਾ ਮੁੰਡਾ ਬੁੱਧਾ ਖੜਾ ਕਰ ਦੇਣਾ। ਰਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ, ਧਾਰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਗੁਰਤੇਜ ਸਿੰਘ ਤੁਹਾਡਾ ਬਹੁਤ ਧੰਨਵਾਦ, ਅਰਸ਼ਪ੍ਰੀਤ ਸਿੰਘ ਖੜਿਆਲ ਤੁਹਾਡਾ ਬਹੁਤ ਧੰਨਵਾਦ। ਆਪ ਸਰਕਾਰ ਦੇ ਐਕਟ ਨਾਲ ਕੀ ਪਵੇਗਾ ਇੰਪੈਕਟ, ਅਸੀਂ ਇੰਤਜ਼ਾਰ ਕਰ ਰਹੇ ਹਾਂ ਜਦੋਂ ਇਹ ਸੋਧ ਸਾਡੇ ਸਾਹਮਣੇ ਆ ਜਾਵੇਗੀ ਤੇ ਉਸ ਸੋਧ ਦੇ ਵਿੱਚ ਕੀ ਸਾਹਮਣੇ ਆਵੇਗਾ ਉਸ ਦਾ ਅਸੀਂ ਇੰਤਜ਼ਾਰ ਕਰਾਂਗੇ, ਫਿਰ ਬਹਿਸ ਜ਼ਰੂਰ ਕਰਾਂਗੇ। ਬਹੁਤ ਧੰਨਵਾਦ।